राग बिलावल महला पंजवा। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰਤਾ ਗੱਦੀ ਉੱਪਰ ਸੁਭਾਈਮਨ ਹੋ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਸ ਸਮੇਂ ਇੱਕ ਦਿਨ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਸ ਕੁਝ ਪ੍ਰਸ਼ਨ ਕੀਤੇ। ਉਹਨਾਂ ਪ੍ਰਸ਼ਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਮੁਖੋਂ ਬਾਣੀ ਰੂਪ ਦੇ ਵਿੱਚ ਉਚਾਰਨ ਕਰਕੇ ਇਹ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ। ਘਰ ਚੌਥਾ ਚੌਥੇ ਸੁਰ ਤਾਲ ਦੇ ਵਿੱਚ ਦੁਪਦੇ ਦੋ ਪਦੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ। ਜਦੋਂ ਵੀ ਚੈਪਟਰ ਬਦਲੇ, ਕੋਈ ਪ੍ਰਕਰਨ ਚੇਂਜ ਹੋਵੇ, ਸਤਿਗੁਰੂ ਜੀ ਗੁਰਮਤਿ ਦੇ ਨਿਯਮ ਮੁਤਾਬਕ ਮੰਗਲ ਜ਼ਰੂਰ ਕਰਦੇ ਹਨ। ਇੱਥੇ ਬੀਜ ਮੰਤਰ ਉਚਾਰਨ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਮੰਗਲ ਕਰ ਰਹੇ ਹਨ ਕਿ ਇੱਕ ਅਦੁੱਤੀ ਬ੍ਰਹਮ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਸਤ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਵਨ ਸੰਜੋਗ ਮਿਲੋ ਪ੍ਰਭ ਆਪਣੇ। ਜਗਿਆਸੂ ਸਿੱਖਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਸਵਾਲ ਹੈ ਕਿ ਇਹ ਸਤਿਗੁਰੂ ਜੀ ਕਿਹੜੇ ਯਤਨ ਕਰਕੇ ਜਾਂ ਕਿਹੜੇ ਗੁਣ ਮਹਾਂਪੁਰਖਾਂ ਦੇ ਸੰਬੰਧ ਕਰਕੇ ਆਪ ਦੇ ਪਰਮੇਸ਼ਰ ਨੂੰ ਮਿਲਣਾ ਕਰਾਂ। ਅੱਗੇ ਗੁਰੂ ਸਾਹਿਬ ਜੀ ਉੱਤਰ ਰੂਪ ਕਥਨ ਕਰਦੇ ਹਨ। ਪਲ ਪਲ ਨਿਮਖ ਸਦਾ ਹਰ ਜਪਨੇ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੇ ਭਾਈ, ਪਲ ਪਲ ਤੇ ਨਿਮਖ ਨਿਮਖ ਕਾਲ ਵਿੱਚ ਹਮੇਸ਼ਾ ਹੀ ਜੋ ਹਰੀ ਪਰਮੇਸ਼ਰ ਅਕਾਲ ਪੁਰਖ ਹੈ ਉਸ ਦਾ ਨਾਮ ਜਪੋ। ਮਤਲਬ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਵਿਅਰਥ ਨਾ ਜਾਣ ਦਿਓ। ਪਲ ਪਲ ਨਿਮਖ ਨਿਮਖ ਕਾਲ ਦੇ ਹਿਸਾਬ ਨਾਲ ਸਮੇਂ ਦੀ ਸੰਭਾਲ ਕਰਦਿਆਂ ਜੇ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਤੇ ਤਾਂ ਹੀ ਵਾਹਿਗੁਰੂ ਨਾਲ ਤੁਹਾਡਾ ਸੰਯੋਗ ਪ੍ਰਾਪਤ ਹੋ ਸਕੇਗਾ। ਸੰਗਤ ਜੀਓ, ਇੱਕ ਵਾਰ ਜਦ ਅਸੀਂ ਅੱਖ ਝਮਕਦੇ ਹਾਂ ਉਹਨੂੰ ਨਿਮਖ ਕਹਿੰਦੇ ਨੇ। 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ ਹੈ। 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ। 60 ਬਲਾਂ ਦੀ ਇੱਕ ਘੜੀ ਹੁੰਦੀ ਹੈ, ਜਾਂ ਇੰਝ ਕਹਿ ਲਓ ਕਿ ਘੜੀ ਦਾ 60ਵਾਂ ਹਿੱਸਾ ਉਹਨੂੰ ਪਲ ਕਹਿੰਦੇ ਨੇ। ਇੰਨੇ ਥੋੜ੍ਹੇ ਸਮੇਂ ਵਿੱਚ ਵੀ ਹੇ ਵਾਹਿਗੁਰੂ ਮੈਂ ਤੇਰੇ ਨਾਮ ਨੂੰ ਨਾ ਭੁਲਾਵਾਂ। ਕਬੀਰ ਜੀ ਦੀ ਮਾਂ ਨੇ ਕਬੀਰ ਜੀ ਨੂੰ ਆਖਿਆ ਕਿ ਤੂੰ ਨਾਮ ਹੀ ਜਪਦਾ ਰਹਿੰਦਾ ਹੈ, ਕੋਈ ਕੰਮ ਕੁੰਮ ਵੀ ਕਰ ਲਿਆ ਕਰ। ਕਬੀਰ ਜੀ ਆਖੇ ਨਾ ਲੱਗਣ, ਉਹ ਨਾਮ ਜਪੀ ਜਾਣ। ਦਰਾਣੀਆਂ ਜਠਾਣੀਆਂ ਕੋਲ ਉਹ ਮਾਤਾ ਰੋਣ ਲੱਗ ਪਈ। ਸੁਣੋ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗਰਾਈ। ਗੋਜਰੀ ਘਰ ਤੀਜੇ ਘਰ ਦੇ ਵਿੱਚ ਗੋਜਰੀ ਰਾਗ ਦੇ ਅੰਦਰ ਕਬੀਰ ਜੀ ਨੇ ਆਪ ਦੀ ਮਾਂ ਦੀ ਹਾਲਤ ਬਿਆਨ ਕੀਤੀ ਹੈ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ। ਕਬੀਰ ਦੀ ਮਾਂ ਡਸਕਾਰੇ ਮਾਰ ਕੇ ਰੋਂਦੀ ਹੈ। ਕਿਉਂ? ਇਹ ਬਾਰਕ ਕੈਸੇ ਜੀਵੈ ਰਗਰਾਈ। ਤੇ ਆਖਦੀ ਹੈ, ਹੇ ਪ੍ਰਮਾਤਮਾ ਕਬੀਰ ਦੇ ਇਹ ਨਿਆਣੇ ਬਾਲਕ ਕਿਵੇਂ ਜਿਉਣਗੇ। ਮਤਲਬ ਹੁਣ ਆਪਾਂ ਤਾਂ ਭੁੱਖੇ ਵੀ ਰਹਿ ਸਕਦੇ ਹਾਂ, ਪਿਆਸੇ ਵੀ ਕੱਟ ਸਕਦੇ ਹਾਂ,
ਲੀੜੇ ਕੱਪੜੇ ਤੋਂ ਵੀ ਜਿਸ ਤਰ੍ਹਾਂ ਦਾ ਆ ਗਿਆ ਉਸ ਤਰ੍ਹਾਂ ਦਾ ਪਾ ਲਓ। ਸਾਡੀ ਤਾਂ ਉਮਰ ਲੰਘ ਗਈ ਹੁਣ, ਪਰ ਨਿਆਣਿਆਂ ਨੂੰ ਤਾਂ ਚਾਹੀਦਾ, ਉਹਨਾਂ ਨੂੰ ਖਾਣ ਨੂੰ ਵੀ ਚਾਹੀਦਾ ਹਰੇਕ ਜੋ ਉਹ ਚਾਹੁਣ। ਪਹਿਨਣ ਨੂੰ ਵੀ ਵੰਨ ਸੁਵੰਨੇ ਕੱਪੜੇ ਚਾਹੀਦੇ ਨੇ, ਨਹੀਂ ਤਾਂ ਦੂਜੇ ਨਿਆਣੇ ਨਹੀਂ ਟਿਕਣ ਦਿੰਦੇ। ਮਾੜਾ ਕੱਪੜਾ ਸਕੂਲ ਕਾਲਜ ਘਰ ਤੋਂ ਬਾਹਰ ਚੱਲਦਾ ਹੀ ਨਹੀਂ, ਮਾਹੌਲ ਦਾ ਘਰ ਬਣ ਜਾਂਦਾ। ਇਸ ਲਈ ਆਪ ਦਾ ਬੰਦਾ ਗਰੀਬੀ ਦਾਵੇ 'ਚ ਕੱਟ ਸਕਦਾ ਹੈ, ਪਰ ਆਪ ਦੇ ਨਿਆਣਿਆਂ ਦਾ ਤਾਂ ਨਹੀਂ ਵੇਖਿਆ ਜਾ ਸਕਦਾ। ਉਹ ਮਾਤਾ ਕਹਿੰਦੀ ਹੈ ਵੀ ਇਹ ਤਾਂ ਜਿਸ ਤਰ੍ਹਾਂ ਦਾ ਮਰਜ਼ੀ ਹੈ, ਸਾਧ ਮਲੰਗ, ਪਰ ਹੁਣ ਬੱਚਿਆਂ ਦੀ ਪਾਲਣਾ ਕੌਣ ਕਰੂਗਾ? ਇਹ ਤਾਂ ਨਾਮ ਹੀ ਜਪੀ ਜਾਂਦਾ, ਨਾਮ ਹੀ ਜਪੀ ਜਾਂਦਾ। ਇਹ ਮੇਰੇ ਪਰਮਾਤਮਾ, ਮੇਰੇ ਵਾਹਿਗੁਰੂ, ਇਹ ਬਾਲਕ ਕਿਸ ਤਰ੍ਹਾਂ ਜ਼ਿੰਦਗੀ ਜਿਉਣਗੇ? ਇਹਨਾਂ ਨੂੰ ਖਾਣ ਨੂੰ ਕੌਣ ਦੇਵੇਗਾ? ਕਿਉਂਕਿ ਤਨ ਨਾ ਬੁਰਨਾ ਸਭ ਤਜਿਓ ਹੈ ਕਬੀਰ। ਮੇਰੇ ਕਬੀਰ ਪੁੱਤ ਨੇ ਤਾਣੀ ਤਣਨੀ ਤੇ ਕੱਪੜਾ ਬੁਣਨਾ ਸਭ ਕੁਝ ਛੱਡ ਦਿੱਤਾ, ਜੋ ਚਲਾਇਆਂ ਦਾ ਪ੍ਰੋਫੈਸ਼ਨਲ ਕਾਰੋਬਾਰ ਕੰਮ ਹੁੰਦਾ ਹੈ। ਹਰ ਕਾ ਨਾਮ ਲਿਖ ਲਿਓ ਸਰੀਰ, ਹਰ ਵੇਲੇ ਹਰੀ ਦਾ ਨਾਮ ਹੀ ਜਪਦਾ ਰਹਿੰਦਾ। ਇਹ ਆਪਦੇ ਸਰੀਰ ਦੇ ਉੱਪਰ ਹੀ ਇਹਨੇ ਮੰਨ ਲਓ ਉਹ ਕਰ ਲਿਆ ਹੋਇਆ ਹੈ। ਜਦ ਇਹ ਗੱਲਾਂ ਕਬੀਰ ਜੀ ਨੇ ਸੁਣੀਆਂ ਤਾਂ ਕਬੀਰ ਜੀ ਕਹਿਣ ਲੱਗੇ, ਮਾਤਾ ਮੈਂ ਕੀ ਕਰਾਂ? ਮੈਂ ਤੇਰੀ ਗੱਲ ਮੰਨਾਂ ਕਿ ਆਪਦੇ ਮਨ ਦੀ ਮੰਨਾਂ? ਮੇਰੀ ਤਾਂ ਜਾਨ ਨਿਕਲ ਜਾਂਦੀ ਹੈ ਜੇ ਮੈਂ ਨਾਮ ਨੂੰ ਭੁਲਾ ਦਿੰਦਾ। ਜਬ ਲਗ ਤੰਗ ਬਾਹੋ ਬੇਹੀ, ਮੈਂ ਕੰਮ ਕਿਉਂ ਨਹੀਂ ਕਰਦਾ? ਬੇਹੀ ਨਾਮ ਹੈ ਨਲੀ ਦਾ, ਉਹ ਲੱਕੜ ਦੀ ਵਿੱਚ ਸਰਾਖ ਜਿਹਾ ਹੁੰਦਾ, ਉੱਪਰ ਉੱਪ ਹੁੰਦੀ ਹੈ, ਦੋਵੇਂ ਪਾਸੇ ਸਰਾਖ ਹੁੰਦਾ ਹੈ। ਜਦ ਉਹਦੇ ਵਿੱਚ ਦੀ ਧਾਗਾ ਪਰੋਈਦਾ ਤਾਂ ਉਹਨੂੰ ਮੂੰਹ ਲਾ ਕੇ ਸਾਹ ਤਾਂ ਉਹਨੂੰ ਖਿੱਚ ਕੇ ਧਾਗਾ ਪਰੋਤਿਆ ਜਾਂਦਾ ਹੈ। ਅੱਜ ਕੱਲ੍ਹ ਤਾਂ ਪਾਵਰਾਂ ਆ ਗਈਆਂ, ਮੋਟਰ ਵਾਲੀਆਂ ਖੱਡੀਆਂ। ਪੁਰਾਣਾ ਸਮਾਂ ਸੀਗਾ ਉਹ ਠੁੱਕ ਠੁੱਕ ਠਾਠ, ਨਾਲੇ ਪੈਰਾਂ ਦੇ ਨਾਲ ਸੱਜੇ ਖੱਬੇ ਕਦਮ ਕਰੀ ਜਾਣੇ, ਨਾਲੇ ਹੱਥਾਂ ਦੇ ਨਾਲ ਕਦੀ ਸੱਜੇ ਕਦੀ ਖੱਬੇ, ਇਸ ਤਰ੍ਹਾਂ ਕੱਪੜਾ ਬੁਣਦੇ ਸਨ। ਕਹਿੰਦੇ ਜਿੰਨਾ ਚਿਰ ਮੈਂ ਨਲੀ ਦੇ ਛੇਕ ਵਿੱਚ ਧਾਗਾ ਪਰੋਂਦਾ ਹਾਂ, ਯਾਨੀ ਸਾਹ ਨੂੰ ਉੱਪਰ ਖਿੱਚਦਾ, ਓਨੇ ਚਿਰ ਲਈ ਤਬ ਲਗ ਵਿਸਰੈ ਰਾਮ ਸਨੇਹੀ, ਮੈਨੂੰ ਪਿਆਰਾ ਪਰਮਾਤਮਾ ਵਾਹਿਗੁਰੂ ਭੁੱਲ ਜਾਂਦਾ। ਭਾਵ ਮੈਨੂੰ ਇੰਨਾ ਚਿਰ ਵੀ ਪ੍ਰਭੂ ਵਿਸਰਨਾ ਚੰਗਾ ਨਹੀਂ ਲੱਗਦਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਲ ਪਲ ਨਿਮਖ ਸਦਾ ਹਰ ਜਪਣੇ। ਸਵਾਲ ਹੈ, ਕਮਨ ਸੰਜੋਗ ਮਿਲੋ ਪ੍ਰਭ ਆਪਣੇ, ਕਿ ਜੋ ਆਪਣੇ ਵਾਹਿਗੁਰੂ ਜੀ ਹਨ, ਇਹ ਸਤਿਗੁਰੂ ਜੀ ਕਿਹੜੇ ਯਤਨ ਕਰਕੇ, ਕਿਹੜੇ ਗੁਣਾ ਮਹਾਂਪੁਰਖਾਂ ਦੇ ਸੰਬੰਧ ਕਰਕੇ ਆਪਦੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮੈਂ ਮਿਲ ਸਕਦਾ? ਤਾਂ ਮਹਾਰਾਜ ਕਹਿੰਦੇ ਇੱਕੋ ਗੱਲ ਪੱਲੇ ਬੰਨ ਲੈ, ਪਲ ਪਲ ਨਿਮਖ ਸਦਾ ਹਰ ਜਪਣੇ। ਕੋਈ ਚੀਜ਼ ਕੰਮ ਨਹੀਂ ਆਉਣੀ, ਕੋਈ ਦਾਨ ਨਹੀਂ, ਕੋਈ ਪੁੰਨ ਨਹੀਂ। ਗੱਲਾਂ ਜਿੰਨੀਆਂ ਮਰਜ਼ੀ ਸਵਾਰ ਕੇ ਬਣਾਈ ਜਾਓ, ਜਿੰਨੇ ਮਰਜ਼ੀ ਚੰਗੇ ਬਣ ਕੇ ਰਹੋ, ਪਰ ਜਿੰਨਾ ਚਿਰ ਆਪਾਂ ਜ਼ਬਾਨ ਨਹੀਂ ਹਿਲਾਵਾਂਗੇ ਰੱਬ ਨਹੀਂ ਮਿਲੂਗਾ। ਨਿਰਾ ਜ਼ਬਾਨ ਹਿਲਾਉਣ ਦਾ ਵੀ ਨਹੀਂ, ਵਿੱਚ ਸ਼ਰਧਾ ਤੇ ਪਿਆਰ ਧਿਆਨ ਵੀ ਇਕਾਗਰ ਹੋਣਾ ਚਾਹੀਦਾ। ਤੋ ਇਸ ਲਈ ਰਸਨਾ ਨੂੰ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਵਾਹਿਗੁਰੂ ਦੇ ਨਾਮ ਦੇ ਵਿੱਚ ਪ੍ਰਵਿਰਤ ਕਰਨਾ ਹੈ। ਰੇ ਜਿਹਵਾ ਕਰੋ ਸਤਖੰਡ, ਐ ਮੇਰੀ ਜ਼ਬਾਨੇ ਮੈਂ ਤੈਨੂੰ 100 ਟੋਟੇ ਕਰਕੇ ਚੁੱਲ੍ਹੇ ਚੜਾ ਦਿਆਂ। ਜਹ ਨਾ ਉਚਰਸ ਸ੍ਰੀ ਜਾਮ ਨਾ ਉਚਰਸ ਸ੍ਰੀ ਗੋਬਿੰਦ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਹੋਰ ਤਾਂ ਪਚੜ ਗੱਲਾਂ ਮਾਰੀ ਜਾਂਦੀਆਂ, ਖਾਣ ਪੀਣ ਨੂੰ ਬੜੀ ਸ਼ੇਰ ਹੈ, ਆਹ ਸਵਾਦ ਨਹੀਂ ਉਹ ਸਵਾਦ ਹੈ, ਆਹ ਨਹੀਂ ਉਹ ਚੀਜ਼ ਚਾਹੀਦੀ ਹੈ, ਅੱਜ ਆਹ ਬਣਿਆ ਕੱਲ੍ਹ ਨੂੰ ਉਹ ਚਾਹੀਦਾ। ਕਦੀ ਨਾਮ ਜਪਿਆ ਹੀ ਹੋ? ਦੱਸਾਂ ਮੈਂ ਤੈਨੂੰ, ਠਹਿਰ ਜਾ। ਕਿੱਥੇ ਕਿਰਪਾਨ? ਹੁਣੇ ਮੈਂ ਵੱਢ ਕੇ ਸੁੱਟਦਾ ਇੱਥੇ ਮਹਾਰਾਜ ਦੇ ਚਰਨਾਂ 'ਚ, ਤੈਨੂੰ ਮੈਂ ਦੱਸਦਾ ਪਤਾ। ਗੱਲਾਂ ਮਾਰਦੀਆਂ ਤੂੰ ਟਕੇ ਦੀਆਂ, ਖਾਣ ਨੂੰ ਤੂੰ ਬਹੁਤ ਸ਼ੇਰ ਬਣੀ ਹੋਈ ਆ।
इस काम ਲਈ रब ने तेन मूँह चलाया। वाहिगुरु जी ने क्यों मुँह दे विच लाया है? बोल हर नाम सफल साकरी। वाहिगुरु का नाम बोलण वास्ते वो घड़ी वो समा सफल होवे जो महाराज का नाम साडी रसना तो निकले। सो इसलिए सा रसना धन धन है मेरी जिंदड़िए। सचखंड श्री हरमंदिर साहिब तो अज रागी भाई रविंदर सिंह जी कीर्तन सरवण करवा रहे सी। छोटा जिहा मैं अजे दाढ़ी मुछ नहीं सी आई उदों का मैं वेंदा तो उस तरह की आवाज़ है, उस तरह का ही सारा कुछ। पता नहीं रब ने खुद आप ही इन्होंने लोगों को भेजा होया। क्या सोहना कीर्तन करते हैं, फिर मुफ्त पैसा कोई नहीं, जिहड़ा मर्जी जाके बह के सुने। किन्ना आनंद मंगल है। किन्ने किन्ने सोहने किन्ने किन्ने महंगे रागी जिन्हों के दर्शनों नूं दुनिया तरसदी है। वेखो हरमंदिर साहिब सचखंड तो साइंस का अजकल युग है, तरक्की इन्नी हो गई। पहला तरले मारी दे सी भी जलंधर रेडियो मसा ही अद्धा घंटा सवेरे आना, घंटा अद्धा घंटा शाम नूं आना, ते अड्डियां चुक चुक वेंदे रहना, उन्होंने पूंजते रहना, सवारते रहना, वो सोच सह सही करते रहना भी दरबार साहब का कीर्तन लगना। अजकल तो महाराज की इन्नी कृपा है भी जेबां दे विच ही माड़ा सोच नप्पो 24 घंटे लाइव ते तुसीं कीर्तन सुन सकते हो, फोटो भी देख सकते हो ते सुन भी सकते हो। ये महाराज सच्चे पातशाह की कृपा, जिहड़े करन वाले ने उन्हां दी रसना धन है। किन्ने शब्द उन्होंने याद होणगे। मजाल है किते इधर उधर पंक्ति जां अखर कर देण, बिल्कुल ऐन मोती परोते हुए रागां दे विच तंती साजां नाल वाजे ना मिला के आवाज़ मिलाउणी सौखी है, पर जिहड़ी तंती साज की आवाज़ बहुत बरीक हुंदी है उत्थे गाउणा बड़ा कठिन है। खास करके हरमंदिर साहिब के अंदर रह रस का पाठ करना, हुक्मनामा लेना, आसा की वार। इत्थे तां आपां काली काली जिस तरह मर्जी अगे लंघ जाईदा, उत्थे बिल्कुल एक एक अखर मोती परो के, क्योंकि सुनने वाले सावधान हैं। तो उन्होंने गुरमुखां की रसना धनता दी योग है जो महाराज की बाणी का कीर्तन गाउंदे ने। साध संग कल कीर्तन गाया, नानक ते ते बहुर न आया। कहते ने भी जिन्हें पिछले जन्मां च मोती दान किए होण उन्होंने महाराज की बाणी का कीर्तन दात रूप दे विच प्राप्त हुंदा है। सा रसना धन धन है मेरी जिंदड़िए, गुण गावे हर प्रभ की रे राम। ऐ मेरी माता, जब लग तागा बाहों बेही तब लग बिसरे राम स्नेही। जब मैं साह खिंचदा उन्ने चिर नूं मैनूं महाराज भुल जांदा। ओशी मत मेरी जात जुलाहा। की होया जे लोकां दे पाणी मेरी छोटी जी अकल ते जात दा मैं नीवा गरीब एक जुलाया हाँ। अजकल तो महाराज की कृपा है, सरकारी नौकरियां, बड़े बड़े अहदे, पढ़ाइयां लिखाइयां, बड़ी मदद है। वो गुरमुख अमृतारी गुरसिख पता ही नहीं लगता भी छोटी जात के नीवें और वड्डी जात ते। पर ये पिछला समा सीगा, ब्राह्मणों का राज, उन्होंने लागे नहीं सी बैठन देंदे। तो ये गुरु साहब की कृपा हुई है, उन्होंने संगत विच बराबर का अधिकार दिता। कलगीधर ने अमर छका के जात पात मेट दिती। कबीर जी नूं बामण दुखी कर मार दे, कहंदे ओछी मत मेरी जात जुलाहा, हर का नाम लहियो मैं लाहा। की हो गया जी मैं जलाया, पर मैं परमात्मा का नाम रूप नफा इस मनुखा जन्म के व्यापार विच खट लिया। गुरमुख लाह लै गए मनमुख चले, मूल गवाई जियो। कहत कबीर सुनो मेरी माई, ऐ मेरी माता, मैं कबीर ये गल गज वज के कहता हाँ, सारे सुन लो।
ये जिहड़े बच्चे ने ये मेरे बच्चे नहीं, ये परमात्मा ने दिते ने। ये तां रूहां किसी संबंध करके एक दूजे दे नाल जुड़ियां ने, शरीरां दा संबंध भेजे भी परमात्मा ने ते देण वाला भी इन्हां नूं वाहिगुरू है। जे कोई कहे कि असीं बच्चियां दी परवरिश करदे हां, तुसीं दसो कि जद जन्म तो पहला माँ लख बार भी चाहे भी मैं बच्चे के मूँह च कोई चीज़ पा देवां कि उन्होंने भुख न लगी होवे, गर्मी बड़ी है तो मैं उन्होंने पखा चला, कोई माँ कर सकती है? दसो मैनू। चाहती हुई भी नहीं कर सकती। ना तो बच्चे नूं कुछ खवा पिया सकती है तो ना ही उन्होंने पखा चल सकती है। आखिरां दी मर हीट है, जिवें आवे दे विच अग बलदी ते इट्टां पकदियां ने। कोई चीज़ पकाउण वास्ते वो हीटर दे विच ओवन च रखी होवे ते आखिरां दी हीट। वेखो परमात्मा की कुदरत है। बच्चे नूं फुੱਲ नालों भी जिहड़ा कोमल है, फुੱਲ दीयां पंखड़ियां भी अजे हार्ड हुंदियां ने, शरीर उहदे नालों भी कोमल है पर वो सड़दा नहीं। वो सेक विच इंज पकदा जिवें इट्टां पकदियां ने, कोई चीज़ पकदी है। कैसी भगवान की कुदरत है। तो स्वते सिद्ध वाहिगुरू वालों प्रबंध किया होया, उहदी जबान नहीं चलती, उहदा मूँह नहीं चलता, उहदा संबंध ही माता नाल इस तरह जोड़ दिता भी उन्होंने नाभि दे राही धुनी दे राही सब कुछ खाना दाना वाहिगुरू वालों प्राप्त हो रहा है। इसलिए काहे रे मन चितवै उद्यम, जा आहर हर जियो परिया, सैल पत्थर में जानते हो पाए। आपां तां फिर भी धरती ते रहिंदे आ, किन्नियां सोहणियां सोहणियां दुकानां जो मर्जी पैसे नाल खरीद सकते हैं। पुराना समा हुंदा सीगा, असीं भी दाने चुक के कुल्फियां खाधियां ते तांबा वेच के पतीसा खाधा, पैसा कित्थे भी मिलदा सी वेखण नूं। अजकल तो महाराज ने इन्नी किरपा की, लख तो है ही कख नहीं, करोड़ां रुपया दुनिया को, ये सब कुछ वाहिगुरू का दिता होया। भावें हवाई जहाज खरीद लो, सैकल लैना औखा सीगा ते गड्डी तो अजकल है ही कख नहीं। तो इस वास्ते महाराज की कृपा ही आ, जो मर्जी खाओ पीओ हंडाओ, पैसे नाल सब कुछ तुसीं प्राप्त कर सकते हो। पर एक पत्थर दे विच, जिहड़ा पत्थर भी खुश्क किस्म का है, उहदे विच रब ने एक जीव पैदा किया है, उन्होंने भी वाहिगुरू पत्थर विच भी दे रहा है। आपां तां भला की फिक्र करना, घर जाओ घर सब कुछ बनया, इत्थे आओ इत्थे महाराज का दिता सब कुछ तैयार है। तो इसलिए जिहड़े पत्थरां 'च जी पैदा किए ने उन्होंने भी परमात्मा दिता। तुसीं धरती ते रहिंदे घबरा रहे हो, जिहड़ी धरती चों सब कुछ अन्नदाना पैदा हो रहा है, तो जिन्ना पास है कुछ नहीं, खुश्क पत्थरां 'च वाहिगुरू दे रहा है। इसलिए ऐ मेरी माता, हमरा इनका दाता एक करा बुराई, मेरा भी और मेरे बच्चियां का भी दाता एक परमात्मा काल पुरख है। जननी केरे उदर उदक में पिंड किया 10 द्वारा, दे आहार अग्न में रख ऐसा खसम हमारा, कुम्मी जल माहे तन तिस बाहर, पंख खीर तिर नाही, पाखन कीट गुप्त हे रहता, ताचो मार्ग नाही। पूर्ण परमानंद मनोहर समझ देख मन माही, का पाखन कीट गुप्त हुए रहता, ताचो मार्ग नाही, कह तन्ना पूर्ण ताहू को, मातरे जी डराही। धन्ना जी कहते भी मता है मेरा जीव, तू डर ना कर। वो वाहिगुरू वालों सब कुछ विधियां मेलियां हुईयां हन। सो इसलिए पातशाह जी साडी शरधा बनाउण लई कि असीं वाहिगुरू का नाम जप सकीए, ये सवाल जवाब गुरसिखां ने जिस तरह किए वो बाणी में जिक्र कर रहे हैं। एक बार सिद्धा ने श्री गुरु नानक देव जी को घेर लिया। लोग गल्लां इहो जिहियां करदे ने जिन्हां दा जवाब कोई नहीं। आपां भी इस तरह कहिंदे ही आ, हुण साडा तां काम ही ये है, होर कोई काम ही नहीं सानूं। ते आम ये सवाल उठता है कि तुहाडा तां काम ही ये है, रौला पाई जाओ पाई जाओ।
ਹੁਣ ਅਸੀਂ ਵਿਹਲੇ ਥੋੜ੍ਹਾ ਜਿਹੜੇ ਗੁਰਦੁਆਰੇ ਬੈਠੇ ਰਹੀਏ ਜਾਂ ਆਪਦੇ ਬੱਚਿਆਂ ਨੂੰ ਤੁਹਾਡੇ ਕੋਲ ਭੇਜੀਏ। ਨਿਆਣਿਆਂ ਪੜ੍ਹਨਾ ਵੀ ਹੈ, ਉਹਨਾਂ ਤਰੱਕੀ ਕਰਨੀ, ਨੌਕਰੀ ਕਰਨੀ ਹੈ, ਆਪਾਂ 100 ਕੰਮ ਕਰਨੇ ਨੇ। ਤੁਸੀਂ ਦੱਸੋ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾ ਨੇ ਸਵਾਲ ਕੀਤਾ ਕਿ ਜੇ ਤੁਹਾਡੇ ਆਖੇ ਲਾ ਕੇ ਸਾਰੇ ਗੁਰਦੁਆਰੇ ਆ ਕੇ ਬਹਿ ਜਾਣ ਫਿਰ ਕੰਮ ਕਿਵੇਂ ਚੱਲੂਗਾ ਦੁਨੀਆ ਦਾ? ਰੇਲ ਗੱਡੀ ਕੌਣ ਚਲਾਊਗਾ? ਹਵਾਈ ਜਹਾਜ਼ ਕੌਣ ਚਲਾਊਗਾ? ਸਫ਼ਰ ਕਿਵੇਂ ਤੈਅ ਹੋਊਗਾ? ਪੈਲੀ ਕਿਵੇਂ ਬੀਜੀ ਜਾਊਗੀ? ਅੰਨ ਦਾਣਾ ਘਰ ਕਿਵੇਂ ਆਊਗਾ? ਜੇ ਸਾਰੇ ਹੀ ਵਿਹਲੇ ਬਹਿ ਗਏ, ਤੁਹਾਡੇ ਆਖੇ ਲਾ ਕੇ ਮਾਲਾ ਫੜ ਕੇ ਵਾਹਿਗੁਰੂ 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 ਕਰਨ ਲੱਗ ਪਏ, ਤਾਂ ਫਿਰ ਇਹ ਸਾਰਾ ਪ੍ਰਬੰਧ ਕਿਵੇਂ ਚੱਲੂਗਾ ਜੀ? ਇਹ ਸਵਾਲ ਦਾ ਉੱਤਰ ਦਿਓ। ਤੁਸੀਂ ਕਹਿੰਦੇ ਹੋ ਨਾ ਨਾਮ ਜਪੋ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਾਂ ਸੱਚੇ ਪਾਤਸ਼ਾਹ ਨੇ ਪਤਾ ਕੀ ਜਵਾਬ ਦਿੱਤਾ? ਮਾਰੇ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਹਿਲੀ ਗੱਲ ਹੈ ਕਿ ਨਾਮ ਦਾ ਉਪਦੇਸ਼ ਕੋਈ ਸੁਣ ਕੇ ਰਾਜੀ ਨਹੀਂ। ਆਪਾਂ ਗੱਲਾਂ ਕਰੀਏ ਤੇ ਭਾਵੇਂ ਸਾਰੀ ਦਿਹਾੜੀ ਲੱਗੇ ਰਹੀਏ, ਦਿਲ ਲੱਗਾ ਰਹੂਗਾ। ਜਿਉਂ ਹੀ ਸੁਖਮਨੀ ਸਾਹਿਬ ਸ਼ੁਰੂ ਹੋ ਗਿਆ ਜਾਂ ਕੋਈ ਪਾਠ ਪੂਜਾ ਜਾਂ ਨਾਮ ਦਾ ਅਭਿਆਸ, ਉਸੇ ਵਕਤ ਹੀ ਸੁਸਤੀ ਪੈ ਜਾਊਗੀ, ਨੀਂਦਰ ਆ ਕੇ ਘੇਰ ਲਏਗੀ। ਸਾਨੂੰ ਜਿਹੜਾ ਕੰਮ ਸਾਰੀ ਉਮਰ ਯਾਦ ਨਹੀਂ ਆਇਆ, ਉਸ ਵਕਤ ਯਾਦ ਆਊਗਾ ਕਿ ਉਹ ਕੰਮ ਆਪਾਂ ਕਰਨਾ ਹੈ। ਤੇ ਜੇ ਕੋਈ ਸੁਣਦਾ ਹੈ ਉਹ ਫਿਰ ਆਖੇ ਨਹੀਂ ਲੱਗਦਾ, ਜਪਦਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਤਾਂ ਕੋਈ ਆਖੇ ਲੱਗੇਗਾ ਨਹੀਂ, ਪਰ ਜੇ ਸਾਰੇ ਮੇਰੇ ਆਖੇ ਲੱਗ ਜਾਣ, ਗੁਰਦੁਆਰੇ ਆ ਕੇ ਬੈਠ ਜਾਣ ਤੇ ਨਾਮ ਜਪਣ ਲੱਗ ਪੈਣ, ਤਾਂ ਜਿੱਡਾ ਵੱਡਾ ਵਾਹਿਗੁਰੂ ਹੈ ਓਡਾ ਵੱਡਾ ਉਸ ਦਾ ਨਾਮ ਹੈ। ਤੁਸੀਂ ਪ੍ਰਬੰਧ ਦੀ ਗੱਲ ਕਰਦੇ ਹੋ, ਸਭ ਕੁਛ ਵਾਹਿਗੁਰੂ ਵੱਲੋਂ ਪ੍ਰਾਪਤ ਹੋਵੇਗਾ। ਭਾਈ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਇਹੋ ਜਿਹਾ ਬਾਗ ਵਿਖਾਇਆ ਸੀ ਜਿਹਦੇ ਬੜੇ ਬੜੇ ਮੋਟੇ ਲਾਲ ਸੁਰਖ ਫਲ ਸਨ। ਕਹਿੰਦਾ ਜੀ ਮੈਂ ਖਾ ਲਵਾਂ? ਮਹਾਰਾਜ ਕਹਿੰਦੇ ਛਕ ਲੈ ਬਈ। ਉਹ ਅੰਮ੍ਰਿਤ ਫਲ ਇੱਕੋ ਹੀ ਛਕਿਆ, ਰੱਜ ਗਿਆ। ਗੁਰੂ ਸਾਹਿਬ ਨੂੰ ਲਿਆ ਕੇ ਭੇਟਾ ਕੀਤੇ। ਇੱਕ ਨਦੀ ਵਗ ਰਹੀ ਸੀ, ਕਹਿੰਦਾ ਜੀ ਪੀ ਲਵਾਂ ਪਾਣੀ? ਮਹਾਰਾਜ ਕਹਿੰਦੇ ਪੀ ਲਾ। ਉਹ ਸ਼ਹਿਦ ਨਾਲੋਂ ਵੀ ਮਿੱਠਾ, ਇੱਕੋ ਹੀ ਘੁੱਟ ਭਰਿਆ, ਪ੍ਰਸੰਨ ਹੋ ਗਿਆ। ਕਹਿੰਦਾ ਜੀ ਨਾ ਦੇ ਬੰਦਾ ਨਾ ਪਰਿੰਦਾ, ਨਾ ਕੋਈ ਸ਼ੇਰ ਨਾ ਬਘਿਆੜ, ਨਾ ਕੋਈ ਪਸ਼ੂ ਨਾ ਪੰਛੀ, ਇਹ ਇੰਨਾ ਸੋਹਣਾ ਬਾਗ, ਸੋਹਣੇ ਸੋਹਣੇ ਫਲ ਇਹ ਰੱਬ ਨੇ ਕਿਉਂ ਪੈਦਾ ਕੀਤੇ ਨੇ ਜੇ ਕੋਈ ਖਾਣ ਵਾਲਾ ਹੀ ਨਹੀਂ? ਮਹਾਰਾਜ ਕਹਿੰਦੇ ਮਰਦਾਨਿਆ, ਪਰਮਾਤਮਾ ਇੰਜ ਕੁਝ ਨਹੀਂ ਬਣਾਉਂਦਾ, ਤੈਨੂੰ ਖਾਣ ਵਾਲੇ ਹਨ। ਤੇਰੇ ਵਰਗੇ ਮਹਾਤਮਾ ਜੋ ਰੱਬ ਆਸਰੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ ਵਾਹਿਗੁਰੂ ਵੱਲੋਂ, ਉਹਨਾਂ ਨੂੰ ਇਹ ਅੰਮ੍ਰਿਤ ਰਸ ਫਲ ਪ੍ਰਾਪਤ ਹੁੰਦੇ, ਜਿਸ ਕਰਕੇ ਉਹ ਤ੍ਰਿਪਤ ਹੋ ਕੇ ਰੱਜ ਕੇ ਨਾਮ ਜਪਦੇ ਰਹਿਣ। ਕੋਈ ਉਹਨਾਂ ਨੂੰ ਖਾਣ ਪੀਣ ਦਾ ਫਿਕਰ ਨਾ ਹੋਵੇ। ਝਰਨਾ ਚਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਈ। ਇਹ ਅੰਮ੍ਰਿਤ ਦਾ ਝਰਨਾ, ਇਹ ਨਦੀ ਜੋ ਹੈ ਅੰਮ੍ਰਿਤ ਰੂਪ ਉਹਨਾਂ ਨੂੰ ਝਰਦਾ ਹੈ ਤਾਲੂ ਦੇ ਉੱਪਰ। ਸੋ ਤਾਲੂ ਤੋਂ ਜ਼ਬਾਨ ਦੇ ਉੱਪਰ ਡਿੱਗਦਾ ਹੈ, ਜਿਸ ਕਰਕੇ ਇੱਕ ਬੂੰਦ ਨਾਲ ਇੱਕ ਹਫ਼ਤਾ ਭੁੱਖ ਨਹੀਂ ਲੱਗਦੀ। ਇੰਨੀ ਵੱਡੀ ਪਰਮਾਤਮਾ ਦੀ ਦਾਤ, ਇੰਨੀ ਵੱਡੀ ਬਰਕਤ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸਾਡਾ ਭੋਜਨ ਹੈ ਰੋਟੀਆਂ, ਦਾਲ, ਪ੍ਰਸ਼ਾਦਾ, ਦੁੱਧ, ਪਾਣੀ, ਪਰ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਭੋਜਨ ਹੈ ਬ੍ਰਹਮ ਗਿਆਨ, ਵਾਹਿਗੁਰੂ ਜੀ ਦਾ ਨਾਮ। ਇਸ ਲਈ ਜਿੱਡਾ ਵੱਡਾ ਪਰਮਾਤਮਾ ਓਡਾ ਵੱਡਾ ਹੀ ਉਸ ਦਾ ਪ੍ਰਬੰਧ ਹੈ। ਐ ਸਿੱਧ ਪੁਰਸ਼ੋ, ਉਹ ਜਿਹੜਾ ਵਾਹਿਗੁਰੂ ਹੈ, ਜੇ ਸਾਰੇ ਹੀ ਨਾਮ ਜਪਣ ਲੱਗ ਪੈਣ ਤਾਂ ਤੁਸੀਂ ਵੇਖੋ ਵੀ ਬਾਬੇ ਫਰੀਦ ਦੀ ਮਾਂ ਨੇ ਉਹਨੂੰ ਲਾਲਚ ਦੇ ਕੇ ਨਮਾਜ਼ੀ ਬਣਾਇਆ। ਫਰੀਦ ਕਹਿੰਦਾ ਕਿ ਮੈਂ ਨਮਾਜ਼ ਤਾਂ ਪੜ੍ਹਦਾ, ਪਰ ਮੈਨੂੰ ਖੁਦਾ ਦੇਵੇਗਾ ਕੀ? ਕਹਿੰਦੀ ਤੈਨੂੰ ਸ਼ੱਕਰ ਦੀ ਪੁੜੀ ਦੇਵੇਗਾ। ਬੱਚੇ ਮਿੱਠਾ ਖਾਣ ਦੇ ਸ਼ੌਕੀਨ ਹੁੰਦੇ ਨੇ, ਕਹਿੰਦੇ ਫਿਰ ਤਾਂ ਮੈਂ ਅੱਜ ਤੋਂ ਹੀ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿਆਂਗਾ। ਉਹ ਮਾਂ ਨੇ ਮਸੱਲੇ ਹੇਠ ਪਹਿਲਾਂ ਹੀ ਪੁੜੀ ਰੱਖ ਦੇਣੀ, ਫਰੀਦ ਨੇ ਨਮਾਜ਼ ਪੜ੍ਹ ਕੇ ਉਹਨੂੰ ਖਾ ਲੈਣਾ। ਇੱਕ ਦਿਨ ਪੁੜੀ ਰੱਖਣੀ ਭੁੱਲ ਗਈ। ਜ਼ਿਕਰ ਆਉਂਦਾ ਹੈ ਕਿ ਉਸ ਵਕਤ ਜਦ ਅੱਧ ਵਿਚਾਲੇ ਮਾਂ ਨੂੰ ਯਾਦ ਆਇਆ, ਫਰੀਦ ਮਸੱਲੇ 'ਤੇ ਬੈਠਾ ਨਮਾਜ਼ ਪੜ੍ਹ ਰਿਹਾ ਸੀ।
फिर उन्हें खुदा के चरणों 'च इबादत की कि हे अल्लाह ताला, अज तक मैं झूठ बोलती रही कि खुदा तेनों शक्कर दिंदा है, सिर्फ मैं तेरा नमाजी बनाने लई ये काम किया। अज मेरे झूठ नूं सच बना दे। अगे तो मैं ही डेली दिंदी सी, अज हुण तू दे विखा। फरीद की शरधा ना टुटे। उस दिन पहला तो माँ की दिती एको ही पुड़ी उन्होंने मिलती, जिदन रब ने दिती शक्कर, मसला चुकिया तो जिन्नी मसले हेठली धरती सी सारी शक्कर दी बन गई। गज के आखो सतनाम श्री वाहिगुरू। दोवां दोवां हाथां नाल रज के खाधी। किन्ना क बंदा खा सकदा। मन भारी गया, जिंदगी भर का औखा ही मन मुड़ गया भी अज तो बाद हुण मिठा ही नहीं खाना। कहंदे माता मैनू खुदा ने अज इन्नी शक्कर खवाई, इन्नी दिती भी मेरा मन हुण इत्थों उटक गया है। हुण मैं खाण तो बगैर ही निष्कामता नाल नमाजी बनांगा। सो साहब कहन लगे नदियां होवे तीनवा। जे सारे ही नाम जपन लग पैण तां जिन्नियां नदियां ने गावां बन जाण। गावां नूं पट्ठे पा के दुध चोण दी मशीनां मशूनां दी कोई लोड़ ना रवे। सुम होवे दुध कीओ, 7 समुंदर सारे दुध ते घिओ दे बन जाण, कोई रिड़कण दी लोड़ नहीं। सगली धरती शक्कर होवे, कोई गन्ने बीज के उन्हां दी खोरी पहला उतारो, फिर वड्डे वड्डे कड़ाए, फिर अग बाल के उन्हां दा गुड़ बनाओ, गुड़ नूं फिर कैमीकल पा के खंड प्रोवाइड कराओ। इन्ना कुछ करन दे लोड़ ही नहीं है। सगली धरती शक्कर होवे, सारी धरती शक्कर दी बन जाए। खुशी करे नित जियो। जिन्ना मन खुशी दे नाल छकना चाहे उन्ना छक लवे। पर्वत सोए ना रूपा होवे, ते जिहड़े पर्वत ने पहाड़ ने ये सोने ते चांदी दे बन जाण। हीरे लाल जड़ाओ, हीरे ते लाल जवाहरात मानकां नाल जड़े जाण। भी तू है सालाहण आखण लह ना चाओ। हे वाहिगुरू फिर भी मैं तेरी ही सलोता करदा हाँ। हे परमात्मा सो मैं तेरे नाम नूं आखदा, मेरा चाह नहीं लैंदा, हमेशा चाह बनिया रहिंदा है। इसलिए पातशाह सानू शिक्षा बख्शदे हन। कवन संजोग मिलो प्रभ अपने। हे गुरु साहब किहड़े संजोग यतन करके, किहड़े गुण महापुरखों के संबंध करके आपदे परमेश्वर नूं मैं मिलना करा, तां गुरु साहब जी उत्तर बख्शदे हन। पाल पाल निमख सदा हर जपने। भाई पल पल ते निमख निमख काल विच हमेशा परमेश्वर दे नाम नूं जपण नाल ही हरी मिलदा है। हथ ते हथ रखण नाल कुछ प्राप्त नहीं हुंदा। नाम जपना पऊगा, ये आप ही जपना पऊगा। ये नहीं भी आपां पैसे दे के किसी नूं आखीए भी तूं साडा नाम जप दे ते साडी अरदास कर दे कि सानू रब मिल जाए। करना आप ही पऊगा जी असी परमात्मा नाल मिलना है। चरण कमल प्रभ के नित ध्यावाओ। क्योंकि जद 5 प्यारे अमृत छकाउंदे ने, सारियां नूं अमृत इक्को ही छकाउंदे, बाबियां नूं कोई वखरा नहीं छकाउंदे। ते सारियां नूं कहंदे भाई अमृत वेले उठ के सारियां ने 5 बाणियां पढ़नियां। ये थोड़ा भी पैसे दे के 5 बाणियां पढ़ा लो। पैसा तो दुनिया को बथेरा है, साढ़े को कोई घाट है। नहाना भी आप पऊगा, गुटका भी आप फड़ना पऊगा, 5 बाणियां भी आप पढ़नियां पैणगियां। ये काम एक इहो जिहा है जिहड़ा पैसे नाल नहीं आपां करा सकदे। जे साडे मन नूं खुद शांति चाहिदी है, असीं आप दा मन शांत करना चाहुंदे हां, तां खुद आप नाम जपना पऊगा, आप हथी सेवा करनी पऊगी। पवन सुमत जित प्रीतम पावाओ। चरण कमल चरण कमल प्रभ के नित ध्यावाओ। दूजी भी पढ़ दो। कवन सुमत जित प्रीतम पावाओ। हे सतगुरु जी कवन सुमत जित प्रीतम पावो। वो केड़ी श्रेष्ठ मती सिखिया है जिस करके मैं प्यारा परम प्रेम का आस्पद रूप परमात्मा पाउना करा। तो पहली पंक्ति महाराज ने उत्तर दिता,
ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਇਹ ਭਾਈ ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਨੂੰ ਨਿਤਾ ਪ੍ਰਤੀ ਹਿਰਦੇ ਵਿੱਚ ਧਿਆਵੋ, ਧਿਆਉਣਾ ਕਰੋ ਜਾਂ ਧਿਆਵੋ। ਮੈਂ ਧਿਆਉਂਦਾ ਪਰ ਅਰਦਾਸ ਕਰੀਏ ਕਿ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਐਸੀ ਕਿਰਪਾ ਕਰਹੁ ਪ੍ਰਭ ਮੇਰੇ। ਇਹ ਮੇਰੇ ਪ੍ਰਮਾਤਮਾ ਮੇਰੇ ਤੇ ਆਪ ਅਜਿਹੀ ਕਿਰਪਾ ਮਿਹਰ ਕਰੋ ਜੀ। ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਸਤਿਗੁਰੂ ਜੀ ਕਥਨ ਕਰਦੇ ਕਿ ਇਹ ਹਰੀ ਤੂੰ ਸਾਨੂੰ ਕਿਸੇ ਵੇਲੇ ਵੀ ਨਾ ਭੁੱਲ। ਬਿਲਾਵਲ ਮਹਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਅਗਲਾ ਸ਼ਬਦ ਉਚਾਰਦੇ ਨੇ, ਇਹ ਮਹਾਰਾਜ ਵਿਸਰ ਨਾਹੀ ਪ੍ਰਭ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਤੂੰ ਮੈਨੂੰ ਕਦੀ ਵੀ ਮਹਾਰਾਜ ਨਾ ਭੁੱਲ, ਕਿਉਂਕਿ ਆਖਾਂ ਜੀਮ ਵਿਸਰੇ ਮਰ ਜਾਓ, ਆਖਣੀ ਔਖਾ ਸਾਚਾ ਨਾਓ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਦੁਨੀਆ ਖੇ ਖਰਾਬ ਤਾਂ ਹੋ ਰਹੀ ਹੈ ਕਿਉਂਕਿ ਮਹਾਰਾਜ ਦੇ ਨਾਮ ਨੂੰ ਭੁਲਾਇਆ ਹੋਇਆ। ਸਾਨੂੰ ਮਹਾਰਾਜ ਤੂੰ ਆਪ ਦਾ ਨਾਮ ਨਾ ਭੁਲਾ ਜੀ। ਬਿਲਾਵਲ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਬਿਲਾਵਲ ਰਾਗ ਚ ਅਗਲਾ ਸ਼ਬਦ ਉਚਾਰ ਰਹੇ ਹਨ। ਚਰਨ ਕਮਲ ਪ੍ਰਭ ਹਿਰਦੈ ਧਿਆਏ। ਇਹ ਭਾਈ ਜਿਸ ਪੁਰਸ਼ ਨੇ ਪਰਮੇਸ਼ਰ ਦੇ ਚਰਨ ਕਮਲ ਆਪ ਦੇ ਹਿਰਦੇ ਮਨ ਵਿੱਚ ਧਿਆਏ ਹਨ, ਭਾਵ ਨਾਮ ਸਿਮਰਨ ਦਾ ਚਿੰਤਨ ਕੀਤਾ ਹੈ, ਰੋਗ ਗਏ ਸਗਲੇ ਸੁਖ ਪਾਏ। ਉਹਦੇ ਸਾਰੇ ਪ੍ਰਤੱਖ ਜਾਂ ਅਗਿਆਨ ਆਦਿਕ ਦੇ ਦੁੱਖ ਨਿਮਿਰਤ ਹੋ ਗਏ ਨੇ ਤੇ ਉਹਨਾਂ ਸਾਰੇ ਸੁਖ ਪਾ ਲਏ ਜਾਂ ਸੁਖ ਸਰੂਪ ਨੂੰ ਪਾ ਲਿਆ ਹੈ। ਸਰਬ ਸੁਖਾਂ ਹਰ ਹਰ ਗੁਣ ਗਾਏ। ਸੁਖ ਨਾਹੀ ਬਹੁਤੈ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਗੁਰ ਦੁਖ ਕਾਟਿਆ ਦੀਨੋ ਦਾਨ। ਸਤਿਗੁਰੂ ਸਾਹਿਬ ਜੀ ਨੇ ਜਿਸ ਦਾ ਜੰਮਣ ਮਨ ਰੂਪੀ ਦੁੱਖ ਕਸ਼ਟ ਕੱਟ ਦਿੱਤਾ ਤੇ ਆਪ ਦੇ ਨਾਮ ਦਾ ਬ੍ਰਹਮ ਗਿਆਨ ਦਾ ਦਾਨ ਦੇਣਾ ਕੀਤਾ ਹੈ। ਸਫਲ ਜਨਮ ਜੀਵਨ ਪਰਵਾਨ। ਉਸ ਦਾ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਹੈ ਅਤੇ ਜ਼ਿੰਦਗੀ ਵੀ ਪ੍ਰਮਾਣਿਕ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਕਾਥ ਕਥਾ ਅੰਮ੍ਰਿਤ ਪ੍ਰਭ ਬਾਣੀ। ਪਰਮੇਸ਼ਰ ਦੀ ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸਤਨਾਮ ਰੂਪ ਬਾਣੀ ਹੈ ਅਤੇ ਕਥਨ ਤੋਂ ਰਹਿਤ ਕਥਾ ਹੈ। ਕਹੋ ਨਾਨਕ ਜਪ ਜੀਵੇ ਗਿਆਨੀ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਉਸ ਕਥਾ ਨੂੰ, ਉਸ ਬਾਣੀ ਨੂੰ ਜਪ ਕੇ ਹੀ ਬਰਫੀ ਖਵਾਈ ਜਾਓ ਤੇ ਸੋਹਣੇ ਸੋਹਣੇ ਪਦਾਰਥ ਸਬਜ਼ੀ ਭਾਜੀ ਰੋਟੀ ਪਾਣੀ ਸਤਿਕਾਰ ਕਰੀ ਜਾਓ, ਪੱਖਾ ਚੱਲੀ ਜਾਓ ਤੇ ਸਰਦੀਆਂ ਦੇ ਵਿੱਚ ਸੋਹਣੀ ਵਿਛਾਈ ਉੱਪਰ ਬਿਠਾਓ, ਉਹਨੂੰ ਮੱਥੇ ਟੇਕੀ ਜਾਓ। ਪਰ ਜੇ ਤੁਸੀਂ ਉਹਨੂੰ ਟਾਈਮ ਨਹੀਂ ਦਿਓਗੇ, ਇਹ ਕਾਹਦਾ ਸਤਿਕਾਰ ਹੋਇਆ? ਉਹ ਗੱਲਾਂ ਮਾਰੀ ਜਾਓ ਵੀ ਬੜਾ ਚੰਗਾ ਜੀ, ਬੜਾ ਜੀ, ਬਹੁਤ ਜੀ। ਜੇ ਟਾਈਮ ਹੀ ਨਹੀਂ ਦਿਓਗੇ ਫਿਰ ਫਾਇਦਾ ਕੀ ਹੋਇਆ ਸਤਿਕਾਰ ਕਰਨ ਦਾ? ਗਿਆਨੀ ਸਿੰਘ ਦਾ ਸਤਿਕਾਰ ਇਸੇ ਵਿੱਚ ਹੈ ਵੀ ਉਹਨੂੰ ਟਾਈਮ ਦਿਓ ਬੋਲਣ ਦਾ, ਕਿਉਂਕਿ ਉਹਦੀ ਜ਼ਿੰਦਗੀ ਬੋਲਣ ਦੇ ਵਿੱਚ ਹੀ ਹੈ। ਜਦੋਂ ਮਹਾਰਾਜ ਦਾ ਗੁਰਪੁਰਬ ਹੁੰਦਾ, ਕਿਤੇ ਬੋਲਣ ਦਾ ਟਾਈਮ ਨਾ ਮਿਲੇ ਤੇ ਜਾਨ ਨਿਕਲ ਜਾਂਦੀ ਹੈ। ਤਾਂ ਇਸ ਵਾਸਤੇ ਰੋਟੀ ਭਾਵੇਂ ਕੋਈ ਪੁੱਛੇ ਨਾ ਪੁੱਛੇ, ਦੁੱਧ ਭਾਵੇਂ ਕੋਈ ਪਿਆਏ ਨਾ ਪਿਆਏ, ਪਰ ਜੇ ਬੋਲਣ ਦਾ ਟਾਈਮ ਦੇ ਦੇ ਫਿਰ ਮਨ ਖੁਸ਼ ਹੋ ਜਾਂਦਾ ਵੀ ਬੰਦੇ ਬੜੇ ਚੰਗੇ ਨੇ। ਨਹੀਂ ਤਾਂ ਕਹੀਦਾ ਵੀ ਬੰਦੇ ਬਹੁਤ ਮਾੜੇ ਨੇ, ਅੱਜ ਤੋਂ ਬਾਅਦ ਨਹੀਂ ਜਾਣਾ ਆਪਾਂ, ਇਹ ਟਾਈਮ ਹੀ ਨਹੀਂ ਦਿੰਦੇ। ਤੇ ਇਸ ਵਾਸਤੇ ਲੋਕਾਂ ਦਾ ਸੁਭਾਅ ਹੈ ਵੀ ਜਿਹਨੂੰ ਪੈਸੇ ਦੇ ਕੇ ਬੁਲਾਇਆ ਤੇ ਨਾਲੇ ਤੇ ਪੈਸੇ ਵੀ ਦੇਣਗੇ, ਨਾਲੇ ਸੁਣਨਗੇ ਵੀ, ਟਾਈਮ ਵੀ ਦੇਣਗੇ ਖੁੱਲ੍ਹਾ। ਤੇ ਜੇ ਕੋਈ ਕਹੂਗਾ ਮੈਂ ਸੇਵਾ ਕਰਨੀ ਆ, ਨਾ ਤਾਂ ਪੈਸੇ ਦੇਣਗੇ, ਨਾ ਟਾਈਮ ਦੇਣਗੇ, ਨਾ ਸੁਣਨਗੇ, ਕਦਰ ਨਹੀਂ ਹੋਏਗੀ। ਜੇ ਕੋਈ ਆਖੇ ਵੀ ਬੰਦਾ ਲਾਲਚੀ ਹੈ, ਲਾਲਚੀ ਫਿਰ ਖੁਦ ਅਸੀਂ ਆਪ ਬਣਾਉਂਦੇ ਹਾਂ ਤੇ ਬਣਨਾ ਹੀ ਪੈਂਦਾ। ਜਿੰਨਾ ਚਿਰ ਲਾਲਚ ਨਾ ਬੰਦਾ ਕਰੇ ਤੇ ਉਹਨਾਂ ਚਿਰ ਸਮਾਂ ਔਖਾ ਹੈ। ਤੋ ਇਸ ਵਾਸਤੇ
ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਗਿਆਨੀ ਦੀ ਜੋ ਜ਼ਿੰਦਗੀ ਹੈ ਉਹ ਬੋਲਣ ਦੇ ਵਿੱਚ ਹੈ, ਮਹਾਰਾਜ ਦੀ ਕਥਾ ਦੇ ਵਿੱਚ ਹੈ, ਨਹੀਂ ਤਾਂ ਦਿਲ ਘਟਦਾ ਹੈ, ਜਾਨ ਨਿਕਲਦੀ ਹੈ। ਜਿਸ ਤਰ੍ਹਾਂ ਕੁਛ ਖਾਧਾ ਪੀਤਾ ਨਾ ਹੋਵੇ, ਕੁਛ ਪ੍ਰਾਪਤ ਨਾ ਹੋਇਆ ਹੋਵੇ, ਇਸ ਤਰ੍ਹਾਂ ਮਨ ਉਦਾਸ ਰਹਿੰਦਾ ਹੈ। ਇਹ ਗਿਆਨੀ ਦਾ ਅਰਥ ਗਿਆਨਵਾਨ ਗੁਰਸਿੱਖ ਹੈ। ਨਾਵੇਂ ਪਾਤਸ਼ਾਹ ਨੇ ਗਿਆਨੀ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਭੈ ਕਾਹੂ ਕੋ ਦੇਤ ਨ ਹੈ, ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨ, ਗਿਆਨੀ ਤਾਹੇ ਬਖਾਨ। ਗਿਆਨੀ ਸਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਬੰਦ ਕਟਵਾ ਕੇ ਵੀ ਸੁਖਮਨੀ ਸਾਹਿਬ ਦਾ ਪਾਠ ਉਹ ਨਹੀਂ ਛੱਡਿਆ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਬੋਲਣਾ ਸੌਖਾ ਹੈ, ਪਰ ਜੋ ਕੁਛ ਬੋਲਿਆ ਉਹਨੂੰ ਕਮਾਉਣਾ ਔਖਾ ਹੈ। ਗਿਆਨੀ ਤਾਂ ਬੋਲਦਾ, ਮਤਲਬ ਪ੍ਰਚਾਰਕ, ਪਰ ਜੋ ਗਿਆਨੀ ਹੈ, ਅਸਲੀ ਸੰਤ ਮਹਾਂਪੁਰਖ ਬ੍ਰਹਮ ਗਿਆਨੀ, ਉਹ ਬਾਣੀ ਦੀ ਕਥਾ ਨੂੰ ਕਮਾਉਂਦਾ ਹੈ। ਆਪ ਕਮਾਓ ਅਵਰਾ ਉਪਦੇਸ਼, ਜੋ ਜਿਨ੍ਹਾਂ ਨੇ ਕਥਾ ਨੂੰ ਕੀਤਾ ਤੇ ਉਸ ਨੂੰ ਕਮਾਇਆ ਹੈ, ਉਹ ਜਪ ਕੇ ਹੀ ਗਿਆਨਵਾਨ ਗੁਰਸਿੱਖ ਆਤਮਿਕ ਜੀਵਨ ਵੱਲ ਜਿਉਂਦੇ ਹਨ। ਬਿਲਾਵਲ ਮਹਲਾ ਪੰਜਵਾ। ਭਿੰਡਰਾਂ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਤੋਂ ਭਿੰਡਰਾਂ ਵਾਲੇ ਅੱਖਰ ਪਿਆ, ਤੇ 100-150 ਸਿੰਘਾਂ ਨੂੰ ਪੜ੍ਹਾਉਂਦੇ, ਡੇਲੀ ਕਥਾ ਕਰਦੇ। ਉਹਨਾਂ ਤੋਂ ਵੱਡੇ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਉਹ ਵੀ ਮੁਰਾਲੇ ਨਗਰ ਵਿਖੇ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਉਹਦੇ ਨਜ਼ਦੀਕ ਸਿੰਘਾਂ ਦੀ ਪੜ੍ਹਾਈ ਕਰਾਉਂਦੇ। 1 ਘੰਟਾ ਕਥਾ ਦੇ ਰੂਪ ਦੇ ਵਿੱਚ ਸੰਥਿਆ ਤੇ ਅਰਥ ਸਿਖਾਲਦੇ। ਬਾਬਾ ਸੁੰਦਰ ਸਿੰਘ ਜੀ, ਇਹ ਭਿੰਡਰੀ ਨਗਰ ਉਹਨਾਂ ਨੇ ਆਪ ਦਾ ਸਥਾਨ ਬਣਾਇਆ। ਸੰਤ ਗੁਰਬਚਨ ਸਿੰਘ ਨੂੰ ਗੱਦੀ ਮਿਲੀ, ਉਹਨਾਂ 27 ਕਥਾ ਆਪਣੇ ਜੀਵਨ ਕਾਲ ਦੌਰਾਨ ਕੀਤੀਆਂ। ਉਹਨਾਂ ਦੀ ਕੀਤੀ ਕਥਾ ਨੂੰ ਹੀ ਆਪਾਂ ਤੁਹਾਨੂੰ ਸਰਵਣ ਕਰਵਾ ਰਹੇ ਹਾਂ। ਇਹ ਉਹਨਾਂ ਦੇ ਅਰਥ ਹਨ ਜੋ ਸਾਂਭੇ ਹੋਏ ਹਨ। ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਆ ਕਰਦੇ ਸਨ, ਖੁਦ ਆਪ 7 ਕਥਾ ਕਰਦੇ ਇੱਕ ਦਿਨ ਦੇ ਵਿੱਚ। ਕਹਿੰਦੇ ਮੇਰੇ ਮਨ ਦਾ ਇਹ ਸ਼ੌਂਕ, ਮੇਰੀ ਤਮੰਨਾ ਵੀ 25 ਸਿੰਘ ਹੋਣ, 25 ਰਾਗੀ ਹੋਣ ਜਥੇ, ਤੇ 25 ਹੈਲੀਕਾਪਟਰ ਹੋਣ। ਜਿੱਥੇ ਜਿੱਥੇ ਕੋਈ ਯਾਦ ਕਰੇ, ਹੈਲੀਕਾਪਟਰ ਉਡਾ ਕੇ ਮਿੰਟਾਂ ਸਕਿੰਟਾਂ 'ਚ ਪਹੁੰਚ ਕੇ ਕਥਾ ਕੀਰਤਨ ਸੁਣਾ ਕੇ ਫਿਰ ਦੂਜੀ ਜਗ੍ਹਾ। ਇੰਨੀ ਮਹਾਰਾਜ ਦੀ ਕਿਰਪਾ ਗੁਰੂ ਘਰ ਦੇ ਵਿੱਚ ਵਰਤਣੀ ਚਾਹੀਦੀ ਹੈ। ਇੰਨਾ ਉਹਨਾਂ ਦੇ ਮਨ ਵਿੱਚ ਸ਼ੌਂਕ ਸੀਗਾ, ਸੋ ਉਹਨਾਂ ਦੀ ਇੱਛਾ ਹੀ ਇਹ ਰੰਗ ਲਿਆਈ ਹੈ। ਸਾਡੇ ਵਰਗੇ ਗਰੀਬਾਂ ਨੂੰ ਮਹਾਂਪੁਰਖਾਂ ਨੇ ਸੋ ਅੱਖਰ ਪੜ੍ਹਾ ਕੇ ਬੋਲਣ ਦੀ ਜਾਚ ਸਿਖਾਈ, ਸੋ ਸੇਵਾ ਕਰਨ ਦੇ ਯੋਗ ਬਣਾਇਆ। ਇਉਂ ਮਹਾਰਾਜ ਕਹਿੰਦੇ ਵੀ ਇਹ ਜੋ ਕਥਾ ਕੀਰਤਨ ਹੈ, ਅਸਲੀ ਇਹਨੂੰ ਹੀ ਜ਼ਿੰਦਗੀ ਸਮਝੋ ਭਾਈ। ਕਥਾ ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਪਾਰ ਬ੍ਰਹਮ ਹੋਇਆ ਸਹਾਈ, ਕਥਾ ਕੀਰਤਨ ਸੁਖਦਾਈ। ਇਹਦੇ ਨਾਲ ਮਨ ਦੀਆਂ ਮੈਲਾਂ ਉਤਰਦੀਆਂ ਨੇ ਤੇ ਮਨ ਨੂੰ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਹੈ। ਪਰਮਾਤਮਾ ਜਿਹਦਾ ਮਦਦਗਾਰ ਹੋਵੇ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਬਿਲਾਵਲ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਅਗਲਾ ਸ਼ਬਦ ਉਚਾਰ ਰਹੇ ਨੇ। ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਪ ਆਦਿਕ ਤੋਂ ਰੱਖਿਆ ਹੋਈ ਸੀ, ਉਸ ਵੇਲੇ ਜੋ ਸਤਿਗੁਰਾਂ ਨੇ ਖੁਸ਼ੀ ਸ਼ਬਦ ਉਚਾਰਨ ਕੀਤੇ, ਉਹਨਾਂ ਸ਼ਬਦਾਂ ਵਿੱਚੋਂ ਇੱਕ ਇਹ ਵੀ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ। ਵੈਸੇ ਕਿਸੇ ਦੀ ਕੁੜਮਾਈ ਜਾਂ ਮੰਗਣੇ ਆਦਿਕ ਖੁਸ਼ੀ ਦੇ ਮੌਕੇ ਵੀ ਰਾਗੀ ਸਿੰਘ ਇਹ ਸ਼ਬਦ ਗਾ ਲੈਂਦੇ ਹਨ। ਸਾਤ ਪਾਈ ਗੋਰੇ ਸਾਤ ਗੋਰੇ ਪੂਰੇ, ਪੂਜਨੀਕ ਪੂਰਨ ਸਤਿਗੁਰੂ ਜੀ ਨੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਕਰਵਾ ਦਿੱਤੀ ਹੈ। ਸੁਖ ਉਪਜੇ ਬਾਜੇ ਅਨਾਦ ਤੂਰੇ। ਸਭ ਤਾਪ ਆਦਿਕ ਮੇਟ ਕੇ ਬਾਲ ਹਰਗੋਬਿੰਦ ਦੇ ਸਰੀਰ ਵਿੱਚ ਸੁਖ ਪੈਦਾ ਕੀਤੇ ਹਨ। ਜਾਂ ਜਗਿਆਸੂ ਜਨਾਂ ਦੀਆਂ ਸਭ ਵਾਸ਼ਨਾਵਾਂ ਮੇਟ ਕੇ ਤਨ ਮਨ ਵਿੱਚ ਆਤਮਿਕ ਸ਼ਾਂਤੀ ਪਾਉਣਾ ਕੀਤੀ ਹੈ। ਸਾਰੇ ਰਾਜ ਭਾਗ ਬ੍ਰਹਮ ਗਿਆਨ ਦੇ ਸੁਖ ਆਨੰਦ ਪ੍ਰਗਟ ਹੋ ਗਏ ਨੇ ਤੇ
ਮਹਾਰਾਜ ਕਥਨ ਕਰਦੇ ਹਨ, ਬਾਜੇ ਅਨਹਦ ਤੂਰੇ, ਇੱਕ ਰਸ ਹੱਦ ਧੂਰੇ, ਸਤਨਾਮ ਵਾਹਿਗੁਰੂ ਵਾਹਿਗੁਰੂ ਰੋ ਬਾਜੇ, ਹਿਰਦੇ ਵਿੱਚ ਵੱਜ ਆਏ ਨੇ। ਅਜੱਪਾ ਜਾਪ ਨਾ ਵੀਸਰੈ, ਆਦ ਜੁਗਾਦ ਸਮਾਏ, ਜਾਂ ਨਾਮ ਰੂਪ ਤੂਰ ਸੰਗਿਆ ਦੇ ਵਾਜੇ, ਸ਼ੀਘਰ ਹੀ ਵੱਜ ਆਏ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਤਾਪ ਪਾਪ ਸੰਤਾਪ ਬਿਨਾਸੇ। ਸਾਧ ਸੰਗਤ ਜੀਓ, ਤਾਪ ਅੱਖਰ ਦਾ ਆਪਾਂ ਮੋਟਾ ਜਿਹਾ ਅੱਖਰ ਕਰਦੇ ਹਾਂ ਬੁਖਾਰ, ਟੈਂਪਰੇਚਰ ਤੇਜ਼ ਹੋ ਜਾਣ ਨੂੰ ਕਹਿੰਦੇ ਵੀ ਫਲਾਣੇ ਨੂੰ ਤਾਪ ਚੜਿਆ ਹੋਇਆ। ਤਾਪ ਅਸਲ 'ਚ ਨਾਮ ਹੈ ਦੁੱਖ ਦਾ, ਤੇ ਇਹ ਤਿੰਨ ਪ੍ਰਕਾਰ ਦੇ ਮੰਨੇ ਨੇ। ਤਿੰਨ ਤਾਪ, ਆਦਿ, ਵਿਆਧੀ ਤੇ ਉਪਾਧੀ। ਆਦਿ ਮਾਨਸਿਕ ਚਿੰਤਾ, ਇਹ ਵੀ ਇੱਕ ਤਾਪ ਹੈ ਜੋ ਮਨ ਨੂੰ ਦੁਖੀ ਰੱਖਦਾ। ਚਿੰਤਾ ਕਹਿੰਦੇ ਚਿਖਾ ਬਰਾਬਰੀ, ਜਿਸ ਤਰ੍ਹਾਂ ਕੋਈ ਚਿਖਾ ਤੇ ਚਾੜਿਆ ਹੋਵੇ ਇਹਦੇ ਬਰਾਬਰ ਹੈ। ਵਿਆਧੀ ਕੋਈ ਵੀ ਬਿਮਾਰੀ ਆਦਿਕ ਸਰੀਰਕ ਰੋਗ ਦਾ ਨਾਮ ਹੈ। ਤੇ ਉਪਾਧੀ ਲੜਾਈ ਝਗੜਾ, ਭੂਤ ਪ੍ਰੇਤ ਛਾਇਆ ਛੱਪਾ ਉੱਪਰੋਂ ਪਿਆ, ਡਾਂਗ ਸੋਟਾ ਆਦਿਕ, ਇਹ ਉਪਾਧੀ ਰੋਗ ਹੈ। ਤੀਨੇ ਤਾਪ ਨਿਵਾਰਨ ਹਰ, ਦੁਖ ਹੰਤ ਸੁਖ ਰਾਸ, ਤਾਕੋ ਬਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਮਹਾਰਾਜ ਤਿੰਨੇ ਤਾਪਾਂ ਨੂੰ ਨਿਵਰਤ ਕਰਨ ਵਾਲਾ ਹੈ। ਅਨੇਕਾਂ ਹੀ ਜਨਮਾਂ ਦੇ ਗੁਨਾਹ ਤੇ ਪਦਾਰਥਾਂ ਦੀ ਅਪ੍ਰਾਪਤੀ ਕਰਕੇ ਜੋ ਸੰਤਾਪ ਭਲੀ ਪ੍ਰਕਾਰ ਲੱਗਣ ਵਾਲੇ ਤਾਪ, ਇਹ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਨਾਸ਼ ਹੋ ਗਏ ਨੇ। ਜਿਸ ਦਿਨ ਦੇ ਗੁਰਦੁਆਰੇ ਆਏ ਆ, ਸਾਨੂੰ ਪਤਾ ਹੀ ਨਹੀਂ ਵੀ ਸਿਰ ਪੀੜ ਹੁੰਦੀ ਕੀ ਹੈ। ਲੋਕ ਕਹਿੰਦੇ ਸਾਡੇ ਸਿਰ ਪੀੜ ਹੁੰਦੀ ਹੈ, ਅਸੀਂ ਕਦੀ ਵੇਖੀ ਹੋਈ ਨਹੀਂ, ਨਾ ਕਦੀ ਤਾਪ ਚੜਿਆ। ਤੋ ਮਾੜਾ ਮੋਟਾ ਤੇ ਖੰਘ ਜ਼ੁਕਾਮ ਮਾੜੀ ਮੋਟੀ ਹੋਰ ਤਾਂ ਲੱਗੀ ਰਹਿੰਦੀ ਹੈ, ਤੇ ਦਵਾਈ ਜਿਹੜੇ ਬਹੁਤੀਆਂ ਖਾਂਦੇ ਨੇ ਫਿਰ ਅਸਰ ਕਰਨੋਂ ਹਟ ਜਾਂਦੀ ਹੈ। ਤੇ ਜੇ ਉਹ ਮਨ ਨੂੰ ਤਗੜਾ ਰੱਖੇ ਫਿਰ ਛੋਟੀ ਜਿਹੀ ਗੋਲੀ ਹੋਈ ਝੱਟ ਅਸਰ ਕਰਕੇ ਤੇ ਸਭ ਕੁਝ ਸਹੀ ਕਰ ਦਿੰਦੇ। ਇਸ ਲਈ ਜਿੰਨਾ ਵੀ ਹੋ ਸਕੇ ਮੈਂ ਤਾਂ ਜਿਹੜੇ ਹਰਬਲ ਵਾਲੇ ਨੇ ਇਹਨਾਂ ਨੂੰ ਗੁਰਦੁਆਰਿਓਂ ਭਜਾ ਦਿੰਦਾ, ਭਾਵੇਂ ਕੋਈ ਜਾ ਕੇ ਸ਼ਿਕਾਇਤ ਲਾ ਦੇ। ਕਈਆਂ ਨੇ ਲਾਈ ਵੀ ਹੈ ਵੀ ਬਾਬਾ ਤੁਹਾਡਾ ਸਾਨੂੰ ਤੰਗ ਕਰਦਾ, ਤੇ ਮੈਨੂੰ ਤਾਂ ਬੜਾ ਗੁੱਸਾ ਆਉਂਦਾ ਵੀ ਬੰਦਾ ਚੰਗਾ ਭਲਾ ਤੰਦਰੁਸਤ ਹੈ, ਤੁਸੀਂ ਉਹਨੂੰ ਦਵਾਈਆਂ ਦੇ ਖਰਾਬ ਕਰ ਰਹੇ ਹੋ। ਕਾਹਦੇ ਲਈ? ਆਪਦੇ ਪ੍ਰੋਫਿਟ ਲਈ। ਦਵਾਈਆਂ ਕਿੰਨੀਆਂ ਮਹਿੰਗੀਆਂ, 3-3 ਹਜ਼ਾਰ। ਉਹ ਐਲੋਵੀਰਾ ਹੀ ਪ੍ਰਦਾਨ ਕੀਤੀ ਹੋਈ ਹੈ, ਪਤਾ ਨਹੀਂ ਕਿਹੜੀ ਬਲਾ ਐਲੋਵੀਰਾ, ਇੰਨੀ ਕੌੜੀ। ਆਖੇ ਜੀ ਆਹ ਹੋਊਗਾ ਉਹ ਹੋਊਗਾ, ਬੰਦਾ ਤਾਂ ਚੰਗਾ ਭਲਾ ਤੁਰਿਆ ਫਿਰਦਾ। ਜਾਂ ਤਾਂ ਤੁਹਾਨੂੰ ਕੋਈ ਆਖੇ ਵੀ ਮੇਰੇ ਸਿਰ ਪੀੜ ਹੁੰਦੀ ਜਾਂ ਢਿੱਡ ਪੀੜ ਹੁੰਦੀ ਆ, ਹੁਣ ਵੈਦ ਹਕੀਮ ਡਾਕਟਰ ਕੋਲ ਜਾਈਦਾ ਹੈ, ਕੋਈ ਆਪਣੀ ਪ੍ਰੋਬਲਮ ਦੱਸੀ ਦੀ ਹੈ, ਉਹ ਆਵਾਜ਼ਾਂ ਮਾਰਦੇ ਨੇ ਵੀ ਉਹ ਤੁਹਾਡਾ ਭਾਰ ਤੋਲੀਏ, ਤੇ ਉਹ ਮੁਰਗੀਆਂ ਫਸਾਉਣ ਦੇ ਚੱਕਰ 'ਚ ਭਾਰ ਤੋਲ ਕੇ ਅਗੇ ਤੇਰੀਆਂ ਹੱਡੀਆਂ ਟੁੱਟ ਜਾਣਗੀਆਂ, ਤੈਨੂੰ ਆਹ ਹੋ ਜਾਊ, ਤੈਨੂੰ ਉਹ ਹੋ ਜਾਊ, ਐਵੇਂ ਗੱਲਾਂ ਬਣਾਈ ਜਾਂਦੇ। 10-10 ਹਜ਼ਾਰ ਦਾ ਪੈਕੇਜ ਉਹ ਬੰਦੇ ਨੂੰ ਲੁੱਟਣ ਦਾ ਮਸਾਲਾ ਹੈ। ਉਹ ਜਿਹੜਾ ਚੰਗਾ ਭਲਾ ਵੀ ਹੈ ਉਹਨੂੰ ਬਿਮਾਰ ਕਰਕੇ ਸੁੱਟ ਦਿੰਦੇ। ਇਸ ਲਈ ਦਵਾਈਆਂ ਉੱਕਾ ਹੀ ਨਾ ਖਾਓ, ਛੱਪੜ 'ਚ ਸੁੱਟ ਕੇ ਤੇ ਗੁਰਦੁਆਰੇ ਆ ਜਾਓ। 10 ਰੁਪਈਆਂ ਦਾ ਪ੍ਰਸ਼ਾਦ ਕਰਾ ਕੇ ਮਹਾਰਾਜ ਨੂੰ ਆਖੋ ਵੀ ਮਹਾਰਾਜ ਛੱਪੜ 'ਚ ਸੁੱਟ ਆਏ ਆ, ਵੀ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲਾਈ ਇਹ ਚੀਜ਼ਾਂ, ਆਪਾਂ ਨਹੀਂ ਉਹ ਖਾਣੀਆਂ। ਤੋ ਮਹਾਰਾਜ ਦਾ ਪ੍ਰਸ਼ਾਦ ਲਓ। ਕਿਨਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ। ਮੈਂ ਤਾਂ ਉੱਕਾ ਹੀ ਚੰਗਾ ਨਹੀਂ ਸਮਝਦਾ। ਸਿਰ ਪੀੜ ਵੀ ਜੇ ਹੁੰਦੀ ਹੈ, ਇਹ ਥੋੜ੍ਹਾ ਵੀ ਚਾਹ ਹੀ ਪੀਵੀ ਜਾਓ। ਇੱਕ ਨੇ ਮੇਰੇ ਕੋਲ ਆਪਦਾ ਦੁੱਖ ਫਰੋਲਿਆ, ਲੱਗ ਹੀ ਰਹਿੰਦਾ ਹੈ ਗੁਰਮੁਖ, ਪਤਾ ਨਹੀਂ ਅਜੇ ਜਿਉਂਦਾ ਹੈ ਕਿ ਚੜ੍ਹਾਈ ਨਾ ਕਰ ਗਿਆ ਹੋਏ, ਕਿਉਂਕਿ ਜਿਹਦੇ ਕਿਡਨੀਆਂ ਡੈਮੇਜ ਹੋ ਜਾਣ ਉਹ ਬੰਦਾ ਬਹੁਤਾ ਟਾਈਮ ਨਹੀਂ ਕੱਢਦਾ। ਮੈਂ ਕਿਹਾ ਵੀ ਤੂੰ ਵੇਖਣ ਨੂੰ ਤਾਂ ਬੜਾ ਸੋਹਣਾ ਹੈ, ਬੜਾ ਸਿਆਣਾ ਹੈ, ਵੀ ਇਹ ਬਿਮਾਰੀ ਕਿਵੇਂ ਹੋ ਗਈ? ਕਹਿੰਦੇ ਕੀ ਦਸੀਏ, ਆ ਜਿਹੜਾ 300 ਸਾਲਾ ਹਜ਼ੂਰ ਸਾਹਿਬ ਮਨਾਇਆ, ਕਹਿੰਦੇ ਮੈਂ ਕੈਮਰੇ ਨਾਲ ਕਵਰੇਜ ਕਰ ਰਿਹਾ ਸੀ ਸਾਰੇ ਸਮਾਗਮ ਦੀ। 10ਵੇਂ ਗ੍ਰੰਥ ਦਾ ਪਾਠ ਹੋਇਆ, ਨਗਰ ਕੀਰਤਨ ਇੱਥੋਂ ਗਿਆ, ਇਹਨਾਂ ਮੈਂ ਥੱਕ ਟੁੱਟ ਕੇ ਹੰਭ ਗਿਆ ਵੀ ਮੇਰਾ ਸਿਰ ਫਟਣ ਲੱਗ ਪਿਆ। ਉਹ ਬੰਦਾ ਪੁੱਛੇ ਵੀ ਜੇ ਤੇਰਾ ਸਿਰ ਦਰਦ ਹੁੰਦਾ ਤੇ ਤੂੰ ਸੁੱਟ ਦੇ ਕੈਮਰਾ ਕੁਮਰਾ, ਆਪਦਾ ਰੋਟੀ ਪਾਣੀ ਖਾਓ
ਤੇ ਕੋਈ ਕਮਰਾ ਲਓ ਤੇ ਕੱਪੜਾ ਲੈ ਕੇ ਸੌਂ ਜਾਓ। ਦੁਨੀਆ ਕੀ ਕਰਦੀ ਹੈ? ਲਿਆ ਬੀਬੀ ਚਾਹ, ਸਿਰ ਪੀੜ ਹੋ ਰਿਹਾ ਤੇ ਚਾਹ, ਉਹ ਡੋਰੇ ਤੇ ਡੋਰਾ ਸੁੱਟੀ ਜਾਣਾ। ਤੇ ਜੇ ਫਿਰ ਵੀ ਨਾ ਮੈਡੀਕਲ ਸਟੋਰ ਤੇ ਕਹਿੰਦੇ ਮੈਂ ਗਿਆ, ਉਹ ਪਤਾ ਨਹੀਂ ਕਿਹੜੀ ਬਲਾ ਕਹਿੰਦੇ ਹੁਣ ਗੌਰਮੈਂਟ ਨੇ ਬੰਦ ਕਰਤੀ, ਉਹ ਖਾਣੀ ਤਾਂ ਇੱਕ ਸੀਗੀ, ਉਹ ਥੱਬਾ ਹੀ ਭਰ ਕੇ ਪਤਾ ਨਹੀਂ ਸੁੱਟ ਲਿਆ। ਇੱਕ ਦੀ ਬਜਾਏ ਦੋ, ਦੋ ਦੀ ਬਜਾਏ ਪਤਾ ਨਹੀਂ 4 ਖਾ ਲਈਆਂ। ਉਹਨੇ ਮੈਨੂੰ ਦੱਸਿਆ ਵੀ ਸ਼ਾਇਦ ਛੇਤੀ ਆਰਾਮ ਆ ਜਾਊਗਾ। ਕੋਈ ਵੀ ਦਵਾਈ ਆ ਉਹਨੂੰ ਪਾਣੀ ਨਾਲ ਖਾਣਾ ਚਾਹੀਦਾ। ਮਾੜੇ ਕਰਮ ਸੀਗੇ ਤੇ ਪਾਣੀ ਪਤਾ ਨਹੀਂ ਮਿਲਿਆ ਨਹੀਂ ਮਿਲਿਆ, ਰੱਬ ਜਾਣੇ। ਗੋਲੀਆਂ ਖਾ ਕੇ ਉੱਤੋਂ ਚਾਹ ਪੀ ਲਈ, ਉਹ ਜਾਂਦਿਆਂ ਸਾਰੀ ਉਹਨੇ ਸਭ ਸਿਸਟਮ ਵਾਸ਼ ਕਰ ਦਿੱਤਾ। ਕਿਡਨੀਆਂ ਡੈਮੇਜ ਹੋ ਗਈਆਂ। ਹੁਣ ਵਿਚਾਰਾ ਸਾਹਬ ਰੋਲਦਾ ਡਾਇਲਸਿਸ ਤੇ ਹੈ। ਤੇ ਇਸ ਵਾਸਤੇ ਜਿੰਨਾ ਬਚਾਅ ਹੁੰਦਾ ਕਰੋ ਭਾਈ। ਡਾਕਟਰਾਂ ਦੇ ਕੋਈ ਭਰੋਸਾ ਨਹੀਂ, ਲਿਖਦਾ ਕੋਈ ਹੋਰ ਹੈ, ਦਿੰਦਾ ਕੋਈ ਹੋਰ ਹੈ। ਉਹ ਮੈਡਮਾਂ ਚਾਹ ਪੀਵੀ ਜਾਣਗੀਆਂ, ਨਾਲੇ ਗੱਲਾਂ ਮਾਰੀ ਜਾਣਗੀਆਂ। ਧਿਆਨ ਉਹਨਾਂ ਦਾ ਉੱਪਰ LCD ਵੱਲ ਹੋਊਗਾ ਤੇ ਕੋਈ ਸੱਜੇ ਕੋਈ ਖੱਬੇ ਵੇਖਣਾ ਵੀ ਨਹੀਂ ਵੀ ਉੱਤੇ ਲਿਖਿਆ ਕੀ ਹੈ। ਪਰਚੀਆਂ 2-4 ਪਈਆਂ। ਉਹ ਮੇਰੀ ਸਗੀ ਮਾਂ ਨੂੰ ਆਪਰੇਸ਼ਨ ਕਰਾਇਆ, ਆ ਥੋੜ੍ਹੇ ਦਿਨਾਂ ਦੀ ਗੱਲ ਹੈ। ਉਹ ਵਿਚਾਰੀ ਆਪਣਾ ਸਾਹਬ ਰੋਲਦੀ ਤੁਰੀ ਫਿਰੇ, ਕਦੀ ਨਲਕੇ ਦੇ ਅੱਗੇ ਡਿੱਗੇ, ਕਦੀ ਕੰਧ ਕੋਲੇ ਨਾਲ ਟੱਕਰ ਮਾਰੇ। ਕਹਿੰਦੀ ਵੀ ਡਾਕਟਰ ਸਾਹਿਬਾ ਦਵਾਈ ਕਾਹਦੀ ਦੇ ਦਿੱਤੀ? ਕਹਿੰਦੇ ਓਹੋ ਆਹ ਦਵਾਈ ਤੁਹਾਨੂੰ ਕਿੰਨੇ ਦਿੱਤੀ? ਕਹਿੰਦੇ ਜੀ ਤੁਹਾਡੇ ਕੰਪਾਊਂਡਰ ਨੇ। ਕਹਿੰਦੇ ਜਾਓ ਬੈਠੋ। ਮੇਰੇ ਸਾਹਮਣੇ ਤਾਂ ਕਹਿੰਦੇ ਨਹੀਂ ਉਹਨੇ ਝਟਕਿਆ, ਪਰ ਮੈਨੂੰ ਮਹਿਸੂਸ ਹੋਇਆ ਕਿ ਉਹਦੀ ਇੰਨੀ ਕਲਾਸ ਲੱਗੀ ਜ਼ਬਰਦਸਤ ਵੀ ਤੂੰ ਇਹ ਦਵਾਈ ਦੂਜੇ ਬੰਦੇ ਦੀ ਫੜ ਕੇ ਫੜਾਤੀ। ਇੱਕ ਬੁੱਢੀ ਵਿਚਾਰੀ ਕਥਾ ਸੁਣਨ ਆਉਂਦੀ, PGI ਦੀਆਂ ਮੈਡਮਾਂ ਨੇ ਉਲਟਾ ਟੀਕਾ ਲਾ ਕੇ ਤੇ ਉਹਨੂੰ ਪਾਰ ਹੀ ਬੁਲਾਤਾ। ਕੀ ਬੰਦਾ ਇਹਨੇ ਕਹਿਣਾ ਕੁਛ। ਤੇ ਇਸ ਵਾਸਤੇ ਵਜੋ ਭਾਈ, ਜੇ ਰੱਬ ਨੇ ਮਾੜਾ ਮੋਟਾ ਕੋਈ ਹੋਰ ਕੋਈ ਦੁੱਖ ਦਿੱਤਾ ਤੇ ਇਹਨੂੰ ਸਿਆਣਪ ਦੇ ਨਾਲ ਸੋਲਵ ਕਰੋ। ਜਿਵੇਂ ਵੀ ਹੁੰਦਾ ਹੈ, ਜਿੰਨਾ ਵੀ ਬਚਾਅ ਹੁੰਦਾ ਕਰੋ। ਆ ਹਰਬਲ ਤੇ ਸੁੱਟ ਦਿਓ। ਜੇ ਰੱਬ ਨੇ ਬਿਮਾਰੀ ਕੋਈ ਨਹੀਂ ਲਾਈ ਫਿਰ ਖਾਣਾ ਕਿਉਂ ਹੈ? ਵਾਹਿਗੁਰੂ ਦੀ ਕਿਰਪਾ ਨਾਲ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। 8 ਪੈਰ ਅਰਾਧੀਆ ਪੂਰਨ ਸਤਿਗੁਰ ਗਿਆਨ। ਗੁਰੂ ਸਾਹਿਬ ਦਾ ਅੰਮ੍ਰਿਤ, ਕੁੰਭ ਦਾ ਜਲ, ਸਰੋਵਰ ਦਾ ਜਲ, ਸਾਹਿਬ ਦਾ ਅੰਮ੍ਰਿਤ ਰੂਪ ਕੜਾ ਪ੍ਰਸ਼ਾਦ। ਸੋ ਇਹ ਸਾਰੇ ਦੁੱਖਾਂ ਕਲੇਸ਼ਾਂ ਪਾਪਾਂ ਨੂੰ ਨਾਸ਼ ਕਰਕੇ ਮਨ ਨੂੰ ਸ਼ਾਂਤ ਕਰਨੇ ਵਾਲਾ ਹੈ। ਅਸੀਂ ਜਦ ਦੁੱਖ ਆਉਂਦਾ ਹੈ ਤੇ ਡਾਕਟਰ ਜਵਾਬ ਦੇ ਦਿੰਦੇ ਨੇ, ਫਿਰ ਗੁਰਦੁਆਰੇ ਨੂੰ ਭੱਜਦੇ ਆ ਵੀ ਬਾਬਾ ਜੀ ਕਰੋ ਅਰਦਾਸ। ਜੇ ਖੁਦ ਆਪ ਦੀ ਅਰਦਾਸ ਤੁਸੀਂ ਆਪ ਨੇਤੀ ਕਰੋ, ਜਿਹੜਾ ਦੁੱਖ ਆਉਣਾ ਕੀ ਪਤਾ ਆਵੇ ਹੀ ਨਾ, ਰੱਬ ਹੀ ਕਟਾ ਦੇ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਸੋ ਆਪਾਂ ਝੂਠ ਨਹੀਂ ਬੋਲਦੇ, ਨਾ ਮਹਾਰਾਜ ਬੁਲਾਏ। ਜਦੋਂ ਦੇ ਗੁਰਦੁਆਰੇ ਆਏ ਆ ਨਾ ਕੋਈ ਤਾਪ ਚੜਿਆ ਤੇ ਕੋਈ ਪਾਪਾਂ ਦੀ ਗੱਲ ਹੀ ਨਹੀਂ। ਮਹਾਂਪੁਰਖਾਂ ਨੂੰ ਇੱਕ ਵਾਰ ਕਹਿੰਦੇ ਕੋਈ ਸਿੰਘ, ਸਾਡੇ ਪਾਪ ਬੜੇ ਨੇ ਜੀ, ਸਾਨੂੰ ਬਖਸ਼ ਲਓ। ਕਹਿੰਦੇ ਹੈ ਮਸਤਾਨਾ, ਖਬਰਦਾਰ ਜੀ ਅੱਜ ਤੋਂ ਬਾਅਦ ਇਹ ਗੱਲ ਕਹੀ। ਤੈਨੂੰ ਕੁੱਤੇ ਵੱਢਿਆ ਕੀ ਹੋਇਆ? ਦੱਸ ਤੈਨੂੰ ਕਿੱਥੇ ਤੇਰੇ ਪਾਪ ਨੇ, ਮੈਨੂੰ ਦਿਖਾ। ਸੋਹਣੇ ਬੜੇ ਚਿੱਟੇ ਕੱਪੜੇ ਪਾਏ ਨੇ, ਮੁਫਤ ਦੀਆਂ ਰੋਟੀਆਂ ਮਿਲਦੀਆਂ, ਬਾਣੀ ਤੁਸੀਂ 8 ਪੈਰ ਪੜ੍ਹਦੇ ਹੋ, ਕਥਾ ਕੀਰਤਨ ਕਰਦੇ ਸੁਣਦੇ, ਅਜੇ ਵੀ ਪਾਪੀ ਆ ਜੀ। ਪਾਪ ਕਿੱਧਰੋਂ ਆ ਗਏ ਹੋਏ? ਪਾਪ ਲੱਗਣ ਸਾਡੇ ਦੁਸ਼ਮਣਾਂ ਨੂੰ, ਛੱਪੜ 'ਚ ਡੇਕੇ ਚਿੱਕੜ 'ਚ ਵੇਸਟ ਹੋ ਜਾਣ। ਸਾਡੇ ਕੋਲ ਪਾਪਾਂ ਦਾ ਕੀ ਕੰਮ? ਉਹ ਨਿਕੰਮਿਓ, ਕਦੀ ਨਾ ਕਹੋ ਵੀ ਅਸੀਂ ਪਾਪੀ ਹਾਂ। ਤੁਸੀਂ ਕਹੋ ਸਭ ਤੋਂ ਵੱਡੇ ਭਾਗ ਗੁਰ ਸਿੱਖਾਂਗੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਮਹਾਰਾਜ ਨੇ ਸਾਡੇ ਪਾਪ ਬਖਸ਼ ਲਏ ਨੇ, ਤਾਂ ਹੀ ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ। ਜਿਸ ਪਾਪੀ ਕੋ ਮਿਲੇ ਨਾ ਢੋਈ, ਸਰਨ ਆਵੇ ਤਾਂ ਨਿਰਮਲ ਹੋਈ। ਮਹਾਰਾਜ ਦੀ ਸ਼ਰਨ 'ਚ ਬੈਠੇ ਆ, ਫਿਰ ਪਾਪੀ ਕਿਧਰੋਂ ਰਹਿ ਗਏ? ਤੋ ਇਸ ਵਾਸਤੇ ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪ੍ਰਗਾਸਾ। ਸਾਰੇ ਪਾਪ ਸੰਤਾਪ ਮਹਾਰਾਜ ਨੇ ਬਖਸ਼ ਕੇ ਨਾਸ਼ ਕਰਕੇ ਮਨ ਸ਼ਾਂਤ ਕਰ ਦਿੱਤਾ ਹੈ। ਹਰ ਸਿਮਰਨ ਆਨੰਦ ਕਰਹੁ ਮਿਲ ਸੁੰਦਰ ਨਾਰੀ। ਉਤੋਂ ਹੀ ਪੜ੍ਹਦੇ ਸ਼ੁਰੂ ਤੋਂ। ਸਾਧ ਬਾਈ ਗੁਰ ਸਤਿਗੁਰ ਪੂਰੇ, ਪੂਰੇ
ਸਤਿਗੁਰਾਂ ਨੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਕਰਵਾ ਦਿੱਤੀ ਹੈ। ਸੁਖ ਉਪਜੇ ਬਾਜੇ ਅਨਾਦ ਤੂਰੇ। ਜਦੋਂ ਦੇ ਵਾਜੇ ਸੁਣਨ ਲੱਗ ਪਏ ਆ, ਆਸਾ ਦੀ ਵਾਰ ਦਾ ਵਾਜਾ, ਆਰਤੀ ਦਾ ਵਾਜਾ, ਜਾਂ ਜਦੋਂ ਦਾ ਵਾਜਾ ਖਰੀਦਿਆ ਆਪਾਂ, ਤੇ ਜਦੋਂ ਦਾ ਵਾਜਾ ਵਜਾਉਂਦੇ ਆ ਉਦੋਂ ਦਾ ਮਨ ਸ਼ਾਂਤ ਹੋ ਗਿਆ ਹੈ। ਜਦੋਂ ਦਾ ਨਾਮ ਦਾ ਵਾਜਾ ਵੱਜਣ ਲੱਗ ਪਿਆ ਹਿਰਦੇ ਵਿੱਚ, ਉਦੋਂ ਦਾ ਮਨ ਸ਼ਾਂਤ ਹੋ ਗਿਆ ਹੈ। ਬਾਹਰਲਾ ਰੌਲਾ ਰੱਪਾ ਮਿਟ ਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤਾਪ ਪਾਪ ਸੰਤਾਪ ਬਿਨਾਸੇ। ਸੋ ਵਾਹਿਗੁਰੂ ਨਾਮ ਦੇ ਅਜੱਪਾ ਜਾਪ ਦੇ ਜਦੋਂ ਦੇ ਵਾਜੇ ਵੱਜ ਰਹੇ ਨੇ, ਅਸੀਂ ਨਾਮ ਸੁਣਦੇ ਰਹਿੰਦੇ ਹਾਂ, ਸਾਡੇ ਤਾਪ ਤੇ ਪਾਪ ਤੇ ਸੰਤਾਪ ਨਾਸ਼ ਹੋ ਗਏ ਨੇ। ਸਾਧ ਸੰਗਤ ਜੀ, ਇਹ ਨਹੀਂ ਵੀ ਬਾਣੀ ਪੜ੍ਹਦਿਆਂ ਜਾਂ ਸੰਗਤ ਕਰਦਿਆਂ ਤਾਪ ਨਹੀਂ ਚੜ੍ਹਦਾ ਤੇ ਦੁੱਖ ਨਹੀਂ ਲੱਗਦਾ। ਬਿਮਾਰੀਆਂ ਰੱਬ ਨੇ ਬਣਾਈਆਂ, ਮਾੜਾ ਮੋਟਾ ਸਰੀਰ ਨੂੰ ਔਰ ਲੱਗੀ ਰਹਿੰਦੀ ਹੈ। ਗੁਰੂ ਅੰਗਦ ਦੇਵ ਜੀ ਨੇ ਲਿਖ ਕੇ ਦਿੱਤਾ ਹੈ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਕੱਪੜੇ ਨੇ, ਇੱਕ ਲਾ ਲਓ ਦੂਜਾ ਪਾ ਲਓ। ਤੇ ਇਸ ਲਈ ਕੋਈ ਮਾੜਾ ਮੋਟਾ ਸਰੀਰਕ ਡਿਫੈਕਟ ਹੋਵੇ ਤੇ ਡਾਕਟਰ ਨਾਲ ਸਲਾਹ ਕਰਕੇ ਆਪਦੀ ਬਿਮਾਰੀ ਦਾ ਇਲਾਜ ਕਰਾਓ। ਤੇ ਜਿਹੜੇ ਗੁਰਮੁਖ ਨੇ, ਕਈ ਮਨ ਨੂੰ ਰੋਗ ਲਾ ਪੈਂਦੇ ਨੇ ਵੀ ਹਾਏ ਹੁਣ ਕਿਵੇਂ ਹੋਊਗਾ, ਵੀ ਪਤਾ ਨਹੀਂ ਝਾੜਾ ਹੀ ਨਾ ਕਰ ਜਾਈਏ, ਮਾਰੀ ਨਾ ਜਾਈਏ। ਤੋ ਇਸ ਤਰ੍ਹਾਂ ਦੀ ਜਿਹੜੀ ਚਿੰਤਾ ਹੈ, ਦੁੱਖ ਤਾਂ ਲੱਗਦਾ ਹੈ ਪਰ ਉਹ ਦੁੱਖ ਨੂੰ ਦੁੱਖ ਨਹੀਂ ਮੰਨਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਉਹ ਮਹਿਸੂਸ ਕਰਦੇ ਨੇ ਵੀ ਮਹਾਰਾਜ ਨੇ ਸਾਡੇ ਕਰਮ ਕੱਟੇ ਹਨ, ਇਸ ਲਈ ਜੋ ਮਨ ਉਹਨਾਂ ਦਾ ਦੁਖੀ ਹੈ ਉਹ ਸੁੱਖ ਦੇ ਵਿੱਚ ਆ ਗਿਆ ਹੈ। ਆਨੰਦ ਕਰਹੁ ਮਿਲ ਸੁੰਦਰ। ਪੰਕਤੀ ਚਲ ਪਹਿਲਾਂ ਵੀ ਨਹੀਂ ਪੜ੍ਹੀ, ਹੁਣ ਵੀ ਨਹੀਂ ਪੜ੍ਹੀ। ਹਰ ਸਿਮਰਤ ਕਿਲ ਬਿਕਸਾ ਬਨਾਸੇ। ਹਰੀ ਦਾ ਸਿਮਰਨ ਕਰਨ ਦੇ ਨਾਲ ਜਿਹੜੇ ਕਿੱਲੇ ਵਾਂਗ ਠੁਕੇ ਹੋਏ ਜ਼ਹਿਰੀਲੇ ਪਾਪ ਸਨ, ਉਹ ਸਾਰੇ ਸਾਡੇ ਨਾਸ਼ ਹੋ ਗਏ ਹਨ। ਆਨੰਦ ਕਰਹੁ ਮਿਲ ਸੁੰਦਰ ਨਾਰੀ। ਇਹ ਜਗਿਆਸੂ ਰੂਪ ਸਖੀਓ ਸਹੇਲੀਓ, ਤੁਸੀਂ ਮਹਾਤਮਾ ਰੂਪ ਜਾਂ ਭਗਤੀ ਰੂਪ ਸੋਹਣੀਆਂ ਇਸਤਰੀਆਂ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਣ ਜਪਾਉਣ ਰੂਪੀ ਆਨੰਦ ਮਨ ਨਾ ਕਰੋ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਵੱਡੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੀ ਇੱਜ਼ਤ ਸੰਭਾਲ ਲਈ ਹੈ। ਜਾਂ ਭਾਵ ਭਗਤੀ ਬਾਣੀ ਰਚਨ, ਸਿੱਖਾਂ ਨੂੰ ਬ੍ਰਹਮ ਗਿਆਨ 'ਚ ਸਥਿਤ ਕਰਨ ਰੂਪ ਸਾਡੀ ਪ੍ਰਤਿਗਿਆ ਨੂੰ ਸੰਵਾਰ ਦਿੱਤਾ ਹੈ। ਕਲਯੁਗ ਵਿੱਚ ਹੋਰ ਸਭ ਕੁਝ ਸੌਖਾ ਹੈ, ਇੱਜ਼ਤ ਬਚਾਉਣੀ ਔਖੀ ਹੈ। ਜੇ ਮਹਾਰਾਜ ਜੀ ਕਿਰਪਾ ਕਰ ਦੇਵੇ ਤਾਂ ਮੰਨ ਲਓ, ਕਹਿੰਦੇ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ, ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ, ਤੇ ਪਰ ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਜੇ ਜੀਵਨ ਗਿਆ ਸਮਝ ਲਓ ਪੱਲੇ ਕੱਖ ਨਹੀਂ ਰਿਹਾ। ਇਸ ਲਈ ਮਹਾਰਾਜ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਸ਼ਕਾਏ। ਗੁਰੂ ਨਾਨਕ ਸਾਹਿਬ ਨੇ ਸਾਡੀ ਇੱਜ਼ਤ ਨੂੰ ਬਚਾ ਲਿਆ। ਤੁਸੀਂ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ, ਨਾਮ ਜਪ ਕੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਚਿੱਟਾ ਕੱਪੜਾ ਪਾਉਣਾ ਤੇ ਬੜਾ ਸੌਖਾ ਹੈ, ਪਰ ਇਹਨੂੰ ਦਾਗ ਨਾ ਲੱਗੇ ਬਚਾਉਣਾ ਬੜਾ ਔਖਾ। ਦੁਨੀਆ ਤਾਂ ਪਹਿਲਾਂ ਹੀ ਹੱਸਣ ਨੂੰ ਤਿਆਰ ਖੜੀ ਹੈ ਵੀ ਉਹ ਵੇਖੋ ਬਾਬਾ ਡਿੱਗ ਪਿਆ ਹੀ ਹੋਏ, ਤੁਰਨ ਦੀ ਨਹੀਂ ਜਾਚ, ਚਿੱਕੜ ਨਾਲ ਕੱਪੜੇ ਭਰੇ ਹੋਏ ਨੇ। ਤੇ ਇਸ ਵਾਸਤੇ ਰੱਖ ਰੱਖ ਚਰਨ ਧਰੇ ਵਿਚਾਰੀ, ਇਹ ਕੰਮ ਬੜਾ ਔਖਾ ਹੈ। ਸੋ ਕਬੀਰ ਜੈਸੀ ਉਪਜੀ ਪੇੜਤ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਉਜੇ ਨਾ ਰਤਨ ਕਰੋੜ। ਫਿਰ ਰਤਨ ਕਰੋੜਾਂ ਨੇ ਕੀ ਬਰਾਬਰੀ ਕਰ ਲੈਣੀ ਹੋਏ। ਕਿਉਂ ਗੁਰਸਿੱਖਾਂ ਦਾ ਜੀਵਨ ਮਹਾਨ ਹੈ, ਜਿਨ੍ਹਾਂ ਦੇ ਚਰਨਾਂ 'ਚ ਆਪਾਂ ਬੈਠੇ ਹੋਏ ਹਾਂ। ਇਹਨਾਂ ਆਪਦੀ ਇੱਜ਼ਤ ਦੀ ਤਾਂ ਕੀ ਗੱਲ ਕਰਨੀ, ਸਭ ਦੁਨੀਆ ਦੀ ਇੱਜ਼ਤ ਨੂੰ ਬਚਾਇਆ, ਧਰਮ ਦੀ ਰਾਖੀ ਕਰਦੀਆਂ ਸ਼ਹੀਦੀਆਂ ਦਿੱਤੀਆਂ। ਉਹਨਾਂ ਦਾ ਨਾਮ ਲੈਂਦਿਆਂ ਸਾਰੀ ਸਾਡਾ ਸਿਰ ਛੱਤ ਨੂੰ ਵੀ ਉੱਚਾ। ਤੋ ਸ਼ਹੀਦਾਂ ਦਾ ਨਾਮ ਲੈਂਦਿਆਂ, ਸ਼ਹੀਦਾਂ ਨੂੰ ਤਾਈਓ ਮੰਨੀਦਾ, ਉਹਨਾਂ ਦੀਆਂ ਫੋਟੋਆਂ ਲਾਈ ਦੀਆਂ, ਸਰੀਰ ਅਸਮਾਨ ਨਾਲ ਲੱਗ ਜਾਂਦਾ ਨਾਮ ਲੈਂਦਿਆਂ, ਸਾਰੀ ਮੂੰਹ ਭਰ ਜਾਂਦਾ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਹਨੂਮਾਨ ਸਿੰਘ ਜੀ ਅਮਰ ਸ਼ਹੀਦ, ਧੰਨ ਬਾਬਾ ਦੀਪ ਸਿੰਘ ਜੀ,
ਕਿੰਨੀ ਇੱਜ਼ਤ ਮਿਲਦੀ ਆ ਨਾਮ ਤੋਂ, ਕਿਉਂਕਿ ਉਹਨਾਂ ਨੇ ਧਰਮ ਕਮਾਇਆ। ਸਤਿਗੁਰੂ ਕਿਰਪਾ ਕਰਨ, ਭੁੱਲ ਚੁੱਕ ਖਿਮਾ ਕਰਨ, ਅੱਗੇ ਤੋਂ ਸਮਤ ਬਖਸ਼ਣ ਜੀ। ਆਨੰਦ ਕਰਹੁ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।